ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਪੱਗ ਹੈ ਕੀਲ ਕਾ, ਮਨ ਦਾਨੋ ਢਿਗ ਕੀਨ। ਮੋਹਾਦਿਕ ਪਟ ਭਿਟ ਤਨਹਿ, ਰਾਖਹਿਗੇ ਲਖ ਦੀਨ। ਸ੍ਰੀ ਗੁਰ ਪੱਗ ਹੈ ਕੀਲ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕੀਤਾ ਹੈ। ਜਿਸ ਪ੍ਰਕਾਰ ਬਾਬਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਗੁਰੂ ਨਾਨਕ ਦੇਵ ਜੀ ਦੇ ਸੱਸ ਸਹੁਰਾ, ਜਿਨ੍ਹਾਂ ਨੂੰ ਨਹੀਂ ਇਹ ਗੱਲ ਦਾ ਗਿਆਨ ਕਿ ਗੁਰੂ ਨਾਨਕ ਦੇਵ ਜੀ ਕੌਣ ਹਨ, ਮਾਤਾ ਸੁਲੱਖਣੀ ਜੀ ਨੂੰ ਲੈ ਕਰਕੇ ਸਮੇਤ ਬਾਬਾ ਲਖਮੀ ਦਾਸ ਜੀ ਦੇ ਪਿੰਡ ਚਲੇ ਗਏ ਹਨ, ਵਾਪਸ ਬਟਾਲੇ ਨਗਰ, ਅਤੇ ਬਾਬਾ ਸ਼੍ਰੀ ਚੰਦ ਜੀ ਬੇਬੇ ਨਾਨਕੀ ਜੀ ਦੇ ਪਾਸ ਰਹਿ ਪਏ ਹਨ। ਫਿਰ ਵੀ ਬੇਨਤੀ ਕੀਤੀ ਹੈ ਬੇਬੇ ਨਾਨਕੀ ਜੀ ਨੇ, ਇਹ ਰਿਸ਼ਤਾ ਬਣਿਆ ਰਹੇ, ਤੋੜਨਾ ਨਹੀਂ, ਆਉਂਦੇ ਜਾਂਦੇ ਰਹਿਣਾ। ਮੇਰਾ ਵੀਰ ਕੋਈ ਬੁਰਾ ਨਹੀਂ ਹੈ, ਵੀਰ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ, ਕਰਨੇ ਨੇ। ਸਾਡੇ ਘਰ ਕੋਈ ਘਾਟਾ ਵੀ ਨਹੀਂ, ਇੱਥੇ ਸਾਰਾ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਸੋ ਇਸ ਤਰ੍ਹਾਂ ਚਲੇ ਗਏ ਹਨ ਮਾਤਾ ਸੁਲੱਖਣੀ ਜੀ। ਆਓ ਅਗਲਾ ਪ੍ਰਸੰਗ ਸ਼੍ਰਵਣ ਕਰਦੇ। 34ਵਾਂ ਪ੍ਰਸੰਗ। ਪਹਿਲਾਂ ਗੁਰੂ ਚਰਨਾਂ ਦਾ ਮੰਗਲ ਕੀਤਾ ਹੈ ਕਵੀ ਜੀ ਨੇ, ਅਤੇ ਫਿਰ ਭਾਈ ਮਰਦਾਨਾ ਜੀ ਦਾ ਆਉਣਾ ਗੁਰੂ ਨਾਨਕ ਦੇਵ ਜੀ ਕੋਲ ਸ਼੍ਰਵਣ ਕਰਾਂਗੇ। ਪਾਵਨ ਪ੍ਰਸੰਗ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪੱਗ ਹੈ ਕੀਲ ਕਾ, ਮਨ ਦਾਨੋ ਢਿਗ ਕੀਨ। ਮੋਹਾਦਿਕ ਪਟ ਭਿਟ ਤਨਹਿ, ਰਾਖਹਿਗੇ ਲਖ ਦੀਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਇੱਥੇ ਕਵੀ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਚੱਕੀ ਦੇ ਵਿੱਚ ਜਿੰਨੇ ਦਾਣੇ ਪਾ ਦਈਏ ਸਭ ਦਾ ਆਟਾ ਬਣ ਜਾਂਦਾ, ਪੀਸੇ ਜਾਂਦੇ ਨੇ, ਪਰ ਜਿਹੜੇ ਦਾਣੇ ਚੱਕੀ ਦੀ ਕਿੱਲੀ ਦੇ ਨਾਲ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ। ਸ੍ਰੀ ਗੁਰੂ ਪੱਗ ਹੈ ਕੀਲ ਕਾ। ਗੁਰਾਂ ਦੇ ਜਿਹੜੇ ਚਰਨ ਨੇ ਇਹ ਕਿੱਲੀ ਹੈ, ਮਾਨੋ ਮਨ ਦਾਨੋ ਢਿਗ ਕੀਨ। ਮੈਂ ਆਪਣਾ ਮਨ ਰੂਪ ਜਿਹੜਾ ਦਾਣਾ ਹੈ ਇਹਨੂੰ ਗੁਰੂ ਚਰਨਾਂ ਰੂਪੀ ਕਿੱਲੀ ਦੇ ਨਾਲ ਲਾ ਲਿਆ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਦੋ ਪੁੜ ਨੇ, ਇਹਨਾਂ ਦੇ ਜਦੋਂ ਆਪਸ ਵਿੱਚ ਟਕਰਾਓ ਹੁੰਦਾ, ਜੀਵ ਇਹਨਾਂ ਵਿੱਚ ਪੀਸਿਆ ਜਾਂਦਾ, ਜੀਵ ਦਾ ਆਟਾ ਬਣ ਜਾਂਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਇਹਦੇ ਵਿੱਚ ਕਿਸੇ ਤਰੀਕੇ ਨਾਲ ਵੀ ਨਹੀਂ ਪੀਸਣ ਦੇਣਗੇ, ਕਿਉਂਕਿ ਮੈਂ ਗੁਰਚਰਨਾਂ ਦੀ ਕਿੱਲੀ ਦਾ ਆਸਰਾ ਲਿਆ ਹੈ। ਸ੍ਰੀ ਬਾਲਾ ਸੰਦਰ ਬਾਚ ਚੌਪਈ। ਬਾਲਾ ਕਹੈ ਸੁਨੋ ਸ੍ਰੀ ਅੰਗਦ। ਭਾਈ ਬਾਲਾ ਜੀ ਸੰਧੂ ਗੋਤ ਵਾਲੇ ਸ੍ਰੀ ਖਡੂਰ ਸਾਹਿਬ ਵਿਖੇ ਗੁਰਦੁਆਰਾ ਤੇ ਪਿਆਣਾ ਸਾਹਿਬ, ਜਿਨ੍ਹਾਂ ਦਾ ਪਾਵਨ ਸਥਾਨ ਬਣਿਆ ਹੋਇਆ, ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਕਥਾ ਅੱਗੇ ਸੁਣਾ ਰਹੇ ਹਨ। ਸ੍ਰੀ ਗੁਰ ਕਥਾ ਦੀਏ ਸੁਖ ਸੰਪਦਾ। ਗੁਰੂ ਕੀ ਕਥਾ ਜਿਹੜੀ ਹੈ ਸੁੱਖ ਦਿੰਦੀ ਹੈ, ਸੰਪਦ ਧਨ ਦੌਲਤ ਪਦਾਰਥ ਦਿੰਦੀ ਹੈ। ਇਹਦੇ ਵਿੱਚ ਵੀ ਬੜੇ ਕਾਰਨ ਹੁੰਦੇ ਨੇ। ਜਦੋਂ ਆਪਾਂ ਗੁਰਾਂ ਨੂੰ ਯਾਦ ਕਰਦੇ ਹਾਂ
ਜਦੋਂ ਆਪਾਂ ਗੁਰਾਂ ਦੇ ਇਤਿਹਾਸ ਨੂੰ ਸ਼ਰਵਣ ਕਰਦੇ ਹਾਂ ਤਾਂ ਸਤਿਗੁਰੂ ਜੀ ਵੀ ਇਤਿਹਾਸ ਨੂੰ ਸ਼ਰਵਣ ਕਰਦੇ ਨੇ ਔਰ ਦੇਖਦੇ ਨੇ ਕਿ ਮੇਰੇ ਪਿਆਰੇ ਮੈਨੂੰ ਯਾਦ ਕਰ ਰਹੇ ਨੇ। ਜਦੋਂ ਅਸੀਂ ਆਪਣੇ ਧਿਆਨ ਦੇ ਨਾਲ ਸ਼ਰਵਣ ਦਰਸ਼ਨ ਗੁਰਾਂ ਦਾ ਕਰਦੇ ਹਾਂ, ਉਸ ਦਰਸ਼ਨ ਵਿੱਚ ਜਦੋਂ ਮਨ ਟਿਕ ਜਾਂਦਾ ਹੈ ਤਾਂ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਸਾਰੇ ਪਦਾਰਥ, ਦੌਲਤ, ਸੰਪਦਾ ਜੇ ਜੀਵ ਇੱਛਾ ਕਰੇ ਤਾਂ ਉਹਨੂੰ ਮਿਲ ਜਾਂਦੇ ਨੇ। ਜੇ ਜੀਵ ਇੱਛਾ ਕਰੇ ਕਿ ਮੈਨੂੰ ਨਾਮਦਾਨ ਬਖਸ਼ੋ, ਫਿਰ ਸਤਿਗੁਰੂ ਦੀ ਕਥਾ ਨਾਮਦਾਨ ਦਿੰਦੀ ਹੈ। ਨਿਸਵਾਸਰ ਰਾਜ ਹੈ ਉਦਿਆਨਾ। ਮਹਾਰਾਜ ਜੀ ਹੁਣ ਰਾਤ ਦਿਨ ਬਾਹਰ ਜੰਗਲ ਦੇ ਵਿੱਚ ਹੀ ਰਹਿੰਦੇ ਹਨ। ਜਿਸ ਦਰਸ਼ਨ ਦੁਖ ਦਾਰਿਦ ਹਨ। ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਦਾਰਿਦ ਦਲਿੱਦਰ ਜਿਹੜਾ ਹੈ, ਦਲਿੱਦਰ ਇੱਕ ਤਾਂ ਮਾਇਆ ਪੱਖੋਂ, ਇੱਕ ਸਰੀਰਕ ਦਲਿੱਦਰ ਉਦਮੀ ਨਾ ਹੋਣਾ ਇਨਸਾਨ ਨੇ। ਗੁਰਾਂ ਦੇ ਦਰਸ਼ਨ ਕਰਕੇ ਜੀਵ ਦਾ ਦਲਿੱਦਰ ਨਾਸ ਹੁੰਦਾ ਹੈ। ਭਗਤ ਜਗਤ ਮਹਿ ਮਗਤ ਪ੍ਰਗਟਾਵਨ। ਜਗਤ ਦੇ ਵਿੱਚ ਭਗਤੀ ਦਾ ਜਿਹੜਾ ਰਸਤਾ ਹੈ, ਗਾਡੀ ਰਾਹ ਚਲਾਇਆ ਜਿਹੜਾ ਗੁਰਾਂ ਨੇ, ਉਹਨੂੰ ਪ੍ਰਗਟ ਕਰਨ ਵਾਸਤੇ ਆਏ ਹਨ। ਕੁਮਤ ਕੁਪੰਥ ਕੁਤਾਂ ਕੁਦੰਬ ਮਿਟਾਵਨ। ਇਹ ਜਿਹੜਾ ਕੁਮਤ ਸਾਰਿਆਂ ਦੇ ਅੰਦਰ ਪੈ ਗਈ, ਖੋਟੀ ਮੱਤ, ਕੁਪੰਥ ਪੁੱਠਾ ਰਸਤਾ ਜਿਹੜਾ ਫੜ ਲਿਆ ਦੁਨੀਆ ਨੇ, ਅਤੇ ਕੁਦੰਬ ਹੁੰਦਾ ਕਰੂਰ ਦੰਭ ਜਿਹੜਾ ਹੁੰਦਾ, ਬੜਾ ਭਿਆਨਕ ਪਖੰਡਬਾਜ਼। ਜਿਵੇਂ ਹੁਣ ਪਖੰਡ ਬਹੁਤ ਜ਼ਿਆਦਾ ਵਧਿਆ ਹੋਇਆ ਔਰ ਸੰਸਾਰ ਦਾ ਧਿਆਨ ਪਖੰਡੀਆਂ ਵੱਲ ਜ਼ਿਆਦਾ ਖਿੱਚਿਆ ਜਾ ਰਿਹਾ ਹੈ। ਕੀਰਤ ਨਾਮ ਪ੍ਰਤਾਪ ਵਧਾਵਨ। ਹੁਣ ਨਾਮ ਦੀ ਕੀਰਤੀ ਅਤੇ ਨਾਮ ਦਾ ਹੀ ਪ੍ਰਤਾਪ ਦੁਨੀਆ ਦੇ ਵਿੱਚ ਵਧਾਉਣ ਵਾਸਤੇ ਗੁਰੂ ਸਾਹਿਬ ਜੀ ਆਏ ਹਨ। ਸੁਭ ਮਾਰਗ ਮਾਨਵ ਕੋ ਪਾਵਨ। ਰਸਤੇ ਚੰਗੇ ਪਾਉਣ ਲਈ ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਅਮਲੀ ਜੀਵਨ ਜਿਉਂ ਕੇ ਦਿਖਾਇਆ। ਸਾਰੀ ਜ਼ਿੰਦਗੀ ਪ੍ਰੈਕਟੀਕਲੀ, ਇਹ ਨਹੀਂ ਕਿ ਇੱਕ ਥਾਂ ਬੈਠੇ ਨੇ, ਸੰਸਾਰ ਭਰ ਦੇ ਵਿੱਚ ਚੱਕਰ ਲਾ ਕੇ ਨਾਮ ਦਾ ਬੀਜ ਬੀਜਿਆ ਅਤੇ ਹਰ ਇੱਕ ਨੂੰ ਹੀ ਉਪਦੇਸ਼ ਕੀਤਾ ਆਪ ਨੇ। ਚਾਹੇ ਸਿੱਧ ਮਿਲੇ, ਕੋਈ ਪੰਡਤ ਮਿਲੇ, ਬ੍ਰਾਹਮਣ ਮਿਲੇ, ਕਿਉਂਕਿ ਦੁਨੀਆ ਦੇ ਅੰਦਰ ਸਾਰੇ ਹੀ ਵਿਗੜ ਚੁੱਕੇ ਸਨ। ਇਸ ਕਰਕੇ ਹੁਣ ਜ਼ਰੂਰਤ ਸੀ ਮਹਾਰਾਜ ਦੀ ਸੰਸਾਰ ਦੇ ਅੰਦਰ। ਸੋ ਮਹਾਰਾਜ ਨੇ ਆ ਕੇ ਸੰਸਾਰ ਦੇ ਜੀਵਾਂ ਨੂੰ ਸਾਂਝਾ ਉਪਦੇਸ਼ ਕੀਤਾ ਹੈ। ਇਹ ਵਿਦ ਕੀ ਇੱਛਾ ਔਰ ਧਾਰੀ। ਇਸ ਤਰੀਕੇ ਦੀ ਇੱਛਾ ਮਨ ਦੇ ਅੰਦਰ ਕੀਤੀ ਹੈ। ਜਪੈ ਨਾਮ ਜਿਹ ਸੰਤ ਮੁਰਾਰੀ। ਸੋ ਜਿਸ ਨਾਮ ਨੂੰ ਸੰਤ ਮਹਾਤਮਾ, ਜੋ ਪਰਮੇਸ਼ਰ ਦਾ ਨਾਮ ਹੈ, ਜਿਸ ਪਰਮੇਸ਼ਰ ਦੇ ਨਾਮ ਨੂੰ ਸੰਤ ਮਹਾਤਮਾ ਜਪਦੇ ਹਨ। ਮਾਨਣ ਮਨ ਕੋ ਹਾਨਣ ਮਾਨਾ। ਬੜੇ ਜਿਹੜੇ ਮਾਨੀ ਸੀ, ਹੰਕਾਰੀ, ਉਹਨਾਂ ਦੇ ਮਾਣ ਨੂੰ ਨਾਸ ਕਰਨ ਵਾਸਤੇ। ਦੀਨਨ ਕੋ ਤਾਰਨ ਭਗਵਾਨਾ। ਗਰੀਬਾਂ ਨੂੰ ਤਾਰਨ ਹਿਤ ਭਗਵਾਨ ਪਰਮੇਸ਼ਰ ਜੀ, ਕਿਉਂਕਿ ਲੋਕੀ ਅਮੀਰਾਂ ਨੂੰ ਹੀ ਉਪਦੇਸ਼ ਕਰਦੇ ਜਿੱਥੇ 4 ਪੈਸੇ ਨੇ, ਗਰੀਬਾਂ ਦਾ ਕੋਈ ਬਣਦਾ ਹੀ ਨਹੀਂ। ਤਾਂ ਤੇ ਉੱਚੀ ਕੁਲ ਨੂੰ ਅਧਿਕਾਰ ਸੀ, ਉੱਚੀ ਜਾਤੀ ਨੂੰ, ਉੱਚੀ ਜਾਤੀ ਵਿੱਚੋਂ ਵੀ ਫਿਰ ਵਿਸ਼ੇਸ਼ ਜਾਤੀਆਂ ਨੂੰ ਸੰਸਕ੍ਰਿਤ ਪੜ੍ਹ ਸਕਦੇ ਹਨ, ਕਥਾ ਸੁਣ ਸਕਦੇ ਹਨ, ਕਰ ਸਕਦੇ ਨੇ, ਪਰ ਸ਼ੂਦਰਾਂ ਨੂੰ ਅਧਿਕਾਰ ਨਹੀਂ ਸੀ। ਬਹੁ ਗਿਣਤੀ ਸ਼ੂਦਰਾਂ ਦੀ ਹੀ ਇਸ ਸੰਸਾਰ ਦੇ ਅੰਦਰ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਗਰੀਬ ਨਵਾਜ ਰੂਪ ਧਾਰਨ ਕੀਤਾ। ਦੋਹਰਾ ਜਿਸ ਕੀ ਕਰੁਣਾ ਤੇ ਮੁਚ ਹੈ, ਕਲ ਕੇ ਕਲਖ ਕਲੇਸ਼। ਹੁਣ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਦੇ ਉੱਤੇ ਐਸੀ ਕਿਰਪਾ ਹੁੰਦੀ ਕਿ ਉਹ ਜਿਹੜੇ ਕਲਯੁਗ ਦੇ ਪਾਪ ਨੇ, ਬਾਹਲੇ ਭੈੜੇ ਪਾਪ, ਕਲੇਸ਼, ਇਹੋ ਜਿਹੇ ਭੈੜੇ ਪਾਪ ਤੇ ਕਲੇਸ਼ ਨੇ, ਮਾੜਾ ਮੋਟਾ ਹੀਲਾ ਵਸੀਲਾ ਕਰਨ ਵਾਲੇ ਗਲੋਂ ਹੀ ਨਹੀਂ ਲੈਂਦੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੇ ਕਲੇਸ਼, ਝਗੜੇ, ਇਹ ਜਿਹੜਾ
ਸੰਸਾਰ ਦੇ ਅੰਦਰ ਜਿੰਨਾ ਕੁਝ ਵੀ ਸੀ, ਇਹਨਾਂ ਨੂੰ ਨਾਸ਼ ਕਰਨ ਵਾਸਤੇ, ਹੰਕਾਰ ਨੂੰ ਨਾਸ਼ ਕਰਨ ਵਾਸਤੇ ਮਹਾਰਾਜ ਜੀ ਨੇ ਸਿਰਫ ਨਾਮ ਦੀ ਦਾਤ ਦਿੱਤੀ ਸੰਸਾਰ ਨੂੰ, ਕਿ ਸਿਰਫ ਨਾਮ ਹੀ ਹੈ ਜਿਹੜਾ ਕਲਯੁਗ ਦੇ ਭਿਆਨਕ ਪਾਪਾਂ ਤੇ ਕਲੇਸ਼ਾਂ ਤੋਂ ਬਚਾ ਸਕਦਾ ਹੈ। ਕਸ਼ਕ ਕਾਲ ਬੀਤਤ ਭਇਓ ਧਰੇ ਦੇਹ ਅਸ ਬੇਸ। ਕੁਝ ਕੁ ਮਹੀਨੇ ਇਸ ਤਰ੍ਹਾਂ ਹੀ ਲੰਘ ਗਏ ਕਿ ਧਾਰਿਆ ਹੋਇਆ ਦੇਹ ਦੇ ਉੱਤੇ ਐਸਾ ਭੇਸ, ਜਿਸ ਤਰ੍ਹਾਂ ਕੱਲ ਦੱਸਿਆ ਸੀ। ਤਉ ਪਾਈ ਸਭੈ ਬਿਲੋਕੀ ਬਿਦ ਨਰ ਕਾਹੀ। ਸਾਰੇ ਜਿਤਨੇ ਉੱਥੋਂ ਦੇ ਲੋਕ ਸਨ, ਕਿਸੇ ਆਦਮੀ ਨੇ ਦੇਖੀ ਇਹ ਜਿਹੜੀ ਹੈ ਵਿਧੀ। ਭਨੀ ਖਬਰ ਤਲਵੰਡੀ ਤਾਹੀ। ਇੱਥੋਂ ਬੰਦਾ ਕੋਈ ਗਿਆ ਤਲਵੰਡੀ ਨੂੰ, ਬਾਬਾ ਕਲਿਆਣ ਚੰਦ ਜੀ ਦੇ ਪਾਸ। ਮਾਤਾ ਜੀ ਨੂੰ ਜਾ ਕੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਤਾਂ ਆਹ ਕਰ ਬੈਠੇ ਉੱਥੇ। ਹੁਣ ਇੱਕ ਸਿਰ ਤੇ 2 ਗਜ ਦਾ ਸਾਫਾ, ਖਫਣੀ, ਇੱਕ ਉੱਤੇ ਚਾਦਰਾ ਜਿਹਾ ਲਿਆ ਹੋਇਆ, ਬਸ ਜੰਗਲ ਦੇ ਵਿੱਚ ਬੈਠੇ ਰਹਿੰਦੇ ਨੇ। ਮੋਦੀ ਖਾਨਾ ਲੁਟਾ ਦਿੱਤਾ ਹੈ, ਹਿਸਾਬ ਵੀ ਪੂਰਾ ਹੋਇਆ ਹੈ, ਔਰ ਮਾਤਾ ਸੁਲੱਖਣੀ ਵੀ ਚਲੇ ਗਏ ਨੇ ਵਾਪਸ। ਸਾਰੀ ਗੱਲਬਾਤ ਜਾ ਕੇ ਤਲਵੰਡੀ ਨਗਰ ਸੁਣਾ ਦਿੱਤੀ। ਸੁਨ ਪਰਿਵਾਰ ਹੈ ਪਰਿਓ ਖੰਭਾਰੂ। ਹੁਣ ਸਾਰਾ ਜਿਹੜਾ ਪਰਿਵਾਰ ਸੀ ਖੰਭਾਰੂ ਵਿੱਚ ਪੈ ਗਿਆ, ਘਬਰਾਹਟ। ਖੰਭਾਰੂ ਜਿਵੇਂ ਪਤਾ ਨਾ ਹੋਵੇ, ਡੂੰਘਾ ਚੜਾ ਹੋਵੇ, ਉਹ 'ਚ ਗੱਡੀ ਇੱਕਦਮ ਫਸ ਜਾਂਦੀ, ਨਿਕਲਦੀ ਨਹੀਂ। ਕਿਉਂ ਮਾਨੋ ਖੰਭਾਰੂ ਵਿੱਚ ਫਸ ਗਏ ਸਾਰੇ। ਜਨ ਬਨ ਬਨ ਜਹੈ ਹਨਿਓ ਨਿਹਾਰੂ। ਮਾਨੋ ਇਸ ਪ੍ਰਕਾਰ ਹੋ ਗਿਆ ਕਿ ਬਗੀਚੀ ਕਮਲਾਂ ਦੀ ਨੂੰ ਕਿਸੇ ਨੇ, ਜਿਵੇਂ ਬਰਫ਼ ਨੇ ਜਾਂ ਕੱਕਰ ਨੇ ਬਗੀਚੀ ਕਮਲਾਂ ਦੀ ਨਾਸ਼ ਕਰ ਦਿੱਤੀ ਹੋਵੇ। ਕਾਲੂ ਬੋਲ ਲਿਓ ਮਰਦਾਨਾ। ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਬੁਲਾ ਕੇ ਮਰਦਾਨਾ ਜੀ ਨੂੰ ਅੱਜ ਕਸ਼ੋਕ ਸੋ ਬਚਨ ਬਖਾਨਾ। ਬਹੁਤੇ ਸੋਗ ਦੇ ਨਾਲ ਇਸ ਤਰ੍ਹਾਂ ਬਚਨ ਕਿਹਾ, ਜਾਹੋ ਅਬ ਹੈ ਤੂੰ ਪੁਰ ਸੁਲਤਾਨਾ। ਜਾ ਬਈ ਮਰਦਾਨਾ ਸੁਲਤਾਨਪੁਰ ਸਾਹਿਬ ਜਾ ਕੇ ਆਪ ਅੱਖੀਂ ਦੇਖ ਤੇ ਸਾਰਾ ਕੁਝ ਪੁੱਛ ਪਛਾ ਕੇ ਦੱਸ। ਬਿਨ ਬਿਲੰਬ ਨਿਜ ਕਰਿਓ ਪਿਆਨਾ। ਛੇਤੀ ਦੇ ਨਾਲ ਜਾ ਕੇ ਤੂੰ ਪਤਾ ਲੈ, ਆਪ ਜਾ ਉੱਥੇ। ਕਾਹੋਂ ਢਿਗ ਤੇ ਸੁਣੀ ਕੁਚਾਲੀ। ਮੈਂ ਸੁਣਿਆ ਫੇਰ ਕੁਚਾਲੀ ਪਕੜ ਲਈ, ਮੇਰੇ ਪੁੱਤਰ ਨੇ ਜਾ ਕੇ ਪਤਾ ਕਰ। ਨਾਨਕ ਕੀਨੋ ਭੇਖ ਘੁਟਾਲੀ। ਹੁਣ ਬੜਾ ਹੀ ਘੁਟਾਲੀ ਭਾਵ ਬੇਢੰਗਾ ਜਿਹਾ ਭੇਸ ਬਣਾ ਲਿਆ। ਚਲੋ ਪਹਿਲਾਂ ਚੱਜਦੇ ਕੱਪੜੇ ਪਾਉਂਦੇ ਸੀ, ਹੁਣ ਤਾਂ ਕੱਪੜੇ ਵੀ ਕਹਿੰਦੇ ਹੋਰ ਹੀ ਤਰ੍ਹਾਂ ਦੇ ਪਾ ਲਏ, ਸਾਧੂਆਂ ਵਾਲੇ। ਤਜ ਦੀਨੋ ਸਭ ਮੋਦੀ ਖਾਨਾ। ਹੁਣ ਮੈਂ ਸੁਣਿਆ ਕਿ ਜਿੱਥੋਂ 4 ਪੈਸੇ ਬਣਨੇ ਸੀ, ਉਹ ਮੋਦੀ ਖਾਨਾ ਵੀ ਛੱਡ ਦਿੱਤਾ। ਭਇਓ ਫਕੀਰ ਸ਼ੋਰ ਕੁਲ ਕਾਨਾ। ਕੁਲ ਦੀ ਲਾਜ ਛੱਡ ਕੇ ਫਕੀਰ ਦੀ ਵੇਸ ਧਾਰਨ ਕਰ ਲਿਆ। ਦੱਸੋ ਫਕੀਰ ਬਣ ਗਿਆ ਮੇਰਾ ਪੁੱਤ। ਦੋਹਰਾ ਮਰਦਾਨੇ ਤਤਕਾਲ ਸੁਨ ਕੀਨ ਪਿਆਨੋ ਮਾਨ। ਮੰਨ ਕੇ ਬਚਨ ਭਾਈ ਮਰਦਾਨੇ ਨੇ ਤਤਕਾਲ ਹੀ ਸ੍ਰੀ ਸੁਲਤਾਨਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਨਾਨਕ ਜਨਨੀ ਜਨਕ ਮਨ ਗੁਣ ਹੈ ਅਨਕ ਅਨੁਮਾਨ। ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ ਜੀ ਮਨ ਦੇ ਵਿੱਚ ਬਹੁਤ ਸਾਰੇ ਅਨੁਮਾਨ ਲਾ ਕੇ ਵਿਚਾਰ ਕਰਦੇ ਨੇ, ਕੀ ਹੋ ਗਿਆ ਇਹਨਾਂ ਨੂੰ। ਚੌਪਈ ਟੋਟਾ ਭਇਓ ਦਰਬ ਕੋ ਤਾਸੂ। ਹੁਣ ਅੰਦਾਜ਼ਾ ਇਹ ਲੱਗਦਾ ਵੀ ਜਿਹੜਾ ਸੀ ਨਾ ਪੈਸੇ ਦਾ ਘਾਟਾ ਹੱਟੀ ਦੇ ਵਿੱਚ ਪੈ ਗਿਆ ਹੋਣਾ, ਤਾਂ ਇਹ ਕੁਛ ਕੀਤਾ ਹੈ। ਜਦੋਂ ਹਿਰਦਾ ਤਿਹ ਕੀਨ ਉਦਾਸੂ। ਜਾਂ ਫਿਰ ਮਨ ਜਿਹੜਾ ਤਾਂ ਉਹਨਾਂ ਦਾ ਉਦਾਸ ਹੋ ਗਿਆ ਹੋਣਾ। ਅਤੇ ਉਧਾਰ ਬਹੁ ਦਰਬ ਲੁਟਾਇਓ। ਕਿਉਂਕਿ ਪੁੱਤ ਦਾ ਸੁਭਾਅ ਖੁੱਲਾ ਦਿਲ ਸੀ, ਹੈ ਜਿਹਾ ਪੈਸਾ ਜ਼ਿਆਦਾ ਲੁਟਾ ਦਿੱਤਾ। ਹਮ ਜਾਣਤ ਕਛ ਟੋਟਾ ਆਇਓ। ਮੈਨੂੰ ਅੰਦਾਜ਼ਾ ਹੈ ਕਿ ਉਹਨਾਂ ਨੂੰ ਕੋਈ ਘਾਟਾ ਪੈ ਗਿਆ ਹੋਣਾ। ਬਹੁਤ ਵਾਰ ਮੈਂ ਸਿਖਵਨ ਦੀਨੀ। ਬਹੁਤ ਵਾਰ ਮੈਂ ਸਿੱਖਿਆ ਦੇ ਕੇ ਆਇਆ ਉੱਥੇ। ਧਨ ਹੈ ਖੋਏ ਏਕ ਨਹਿ ਚੀਨੀ। ਬਈ ਧਨ ਦਾ ਨਾਸ ਨਹੀਂ ਕਰੀਦਾ, ਧਨ ਸਾਂਭ ਕੇ ਰੱਖੀਦਾ। ਉਹਨੇ ਇੱਕ ਵੀ ਗੱਲ ਮੇਰੀ ਨਾ ਜਾਣੀ। ਰਹਿਤ ਡਰਤ ਜਿਹ ਤੇ ਦਿਨ ਰਾਤੀ। ਜਿਹੜੀ ਗੱਲੋਂ ਮੈਂ ਦਿਨ ਰਾਤ ਡਰਦਾ ਰਹਿੰਦਾ ਸੀ। ਬਣੀ ਬਾਤ ਸੋ ਦੁਖ ਦਾਤੀ। ਉਹ ਦੁੱਖਾਂ ਦੇ ਦੇਣ ਵਾਲੀ ਗੱਲ ਬਣ ਗਈ। ਹੁਣ ਪੂਰ ਬਸੂਰ ਹੈ ਔਰ ਸਿਰ ਧੁਨਾਈ। ਬਹੁਤ ਜ਼ਿਆਦਾ ਝੂਰਦੇ ਨੇ ਤੇ ਸਿਰ ਨੂੰ ਧੁਣਦੇ ਨੇ, ਭਾਵ ਸਿਰ ਨੂੰ ਹਿਲਾਉਂਦੇ ਨੇ। ਅਨਕ ਕਲਪਨਾ ਮਨ ਮਹਿ ਗੁਨਾਈ। ਬਹੁਤ ਸਾਰੀਆਂ ਕਲਪਨਾ ਮਨ ਦੇ ਅੰਦਰ ਵਿਚਾਰਦੇ ਨੇ। ਉਹ ਬਾਸਰ ਬਿਨ ਅਸਨ ਬਿਤਾਇਓ। ਉਹ ਦਿਨ ਰੋਟੀ ਨਾ ਖਾਧੀ, ਭੁੱਖ ਨਾ ਲੱਗੀ। ਨਰ ਕਹਿ ਰਹੇ ਨਾ ਆਨਣ ਪਾਇਓ। ਬਾਬਾ ਕਲਿਆਣ ਚੰਦ ਜੀ ਨੇ ਸਾਰਿਆਂ ਦੇ ਕਹੇ ਵੀ ਨਾ ਪ੍ਰਸ਼ਾਦਾ ਛਕਿਆ,
ਕਿਉਂਕਿ ਭੁੱਖ ਹੀ ਨਾ ਲੱਗੀ ਉਸ ਦਿਨ। ਦੋਹਰਾ ਸੁਨ ਕਰ ਰਾਏ ਬੁਲਾਰ ਜਾ ਪਰ ਬੋਧਿਓ ਬਹੁ ਭਾਂਤ। ਰਾਏ ਬੁਲਾਰ ਜੀ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਬਹੁਤ ਤਰੀਕੇ ਨਾਲ ਕੋਲ ਬੁਲਾ ਕੇ ਸਮਝਾਇਆ। ਨਾਨਕ ਦਿਸਤੇ ਆਪ ਤੂੰ ਕਛ ਨਾ ਚਿੰਤ ਕਰ ਗਾਤ। ਸਰੀਰ ਵਿੱਚ ਜਾਂ ਦਿਲ ਦੇ ਵਿੱਚ ਕੋਈ ਨਾ ਗੁੱਸਾ ਕਰੀ, ਨਾ ਚਿੰਤਾ ਕਰੀ। ਗੁਰੂ ਨਾਨਕ ਸਾਹਿਬ ਵੱਲੋਂ ਕੋਈ ਚਿੰਤਾ ਨਾ ਕਰ, ਉਹ ਜੋ ਕੁਛ ਕਰਦੇ ਨੇ ਠੀਕ ਕਰਦੇ ਹਨ। ਚਉਪਈ ਨਾਨਕ ਕਾਰਨ ਕਰਨ ਸੁਤੰਤਰ। ਗੁਰੂ ਨਾਨਕ ਦੇਵ ਜੀ ਸਾਰੇ ਕਾਰਜਾਂ ਨੂੰ ਕਰਨ ਲਈ ਸੁਤੰਤਰ ਹਨ, ਆਜ਼ਾਦ ਹਨ। ਮਨ ਜਾਣੋ ਕਹੇ ਕੋ ਨਾ ਪ੍ਰਤੰਤਰ। ਗੁਰੂ ਨਾਨਕ ਦੇਵ ਜੀ ਕਿਸੇ ਦੇ ਅਧੀਨ ਨਹੀਂ, ਪਤੰਤਰ ਨਹੀਂ ਹਨ। ਉਹ ਇੱਕ ਸੁਤੰਤਰ ਹੁੰਦਾ, ਆਜ਼ਾਦ, ਪਤੰਤਰ ਹੁੰਦਾ, ਅਧੀਨ। ਜੋ ਕਿਛ ਕਾਰਜ ਕਰਹਿ ਭਲਾ ਸੋ। ਜੋ ਗੁਰੂ ਨਾਨਕ ਦੇਵ ਜੀ ਕਰਦੇ ਨੇ ਸੋ ਭਲਾ ਹੀ ਭਲਾ ਹੁੰਦਾ। ਸੁਖ ਸਾਗਰ ਧਰ ਦੇਹ ਕਲਾ ਸੋ। ਕਿਉਂਕਿ ਉਹ ਤਾਂ ਸੁੱਖਾਂ ਦੇ ਸਾਗਰ ਨੇ, ਇਸ ਕਰਕੇ ਕਲਾ ਸਮੇਤ ਦੇਹ ਧਾਰੀ ਪ੍ਰਮਾਤਮਾ ਆਪ ਹੀ ਆਇਆ ਹੋਇਆ ਹੈ। ਇਹ ਬਿਦ ਧੀਰਜ ਦੇ ਕਰ ਰਾਉ। ਇਸ ਤਰੀਕੇ ਨਾਲ ਧੀਰਜ ਦਿੱਤੀ ਰਾਏ ਬੁਲਾਰ ਜੀ ਨੇ। ਚੇਤਹਿ ਸ੍ਰੀ ਗੁਰ ਹਿਰਦੈ ਸੁਭਾਉ। ਗੁਰੂ ਨਾਨਕ ਦੇਵ ਜੀ ਦਾ ਸੁਭਾਅ ਮਨ ਦੇ ਅੰਦਰ ਯਾਦ ਕਰਦਾ। ਉਹ ਸ਼ੁਰੂ ਤੋਂ ਹੀ ਦਾਨੀ ਪੁਰਸ਼ ਨੇ, ਉਹ ਆਪ ਪਰਮੇਸ਼ਰ ਨੇ। 84 ਲੱਖ ਜੂਨ ਨੂੰ ਰੋਜੀ ਰੋਟੀ ਦੇਣ ਵਾਲੇ ਨੇ। ਔਰ ਦਰਸ਼ਨ ਕੀ ਚਾਹ ਨ ਥੋਰੀ। ਬਹੁਤੀ ਜ਼ਿਆਦੇ ਮਨ ਦੇ ਅੰਦਰ ਦਰਸ਼ਨਾਂ ਦੀ ਲਾਲਸਾ ਲੱਗੀ ਹੋਈ ਹੈ। ਚਾਤ੍ਰਿਕ ਸਵੰਤੀ ਚੰਦ ਚਕੋਰੀ। ਜਿਵੇਂ ਜਿਹੜਾ ਚਾਤ੍ਰਿਕ ਹੁੰਦਾ ਸਵੰਤੀ ਬੂੰਦ ਨੂੰ ਚਾਹੁੰਦਾ ਹੈ, ਇਸ ਤਰੀਕੇ ਨਾਲ ਚਕੋਰ ਜਿਹੜੀ ਚੰਦਰਮਾ ਨੂੰ ਚਾਹੁੰਦੀ ਹੈ। ਸਭਨ ਬੇਦੀਆਂ ਨੇ ਅਚਰਜ ਮਾਨਾ। ਸਾਰੇ ਬੇਦੀਆਂ ਨੇ ਬੜੀ ਅਚਰਜ ਗੱਲ ਮੰਨੀ। ਇਹ ਉਹ ਕਾਰਨ ਭਾ ਜਾਏ ਨਾ ਜਾਣਾ। ਇਹ ਕੀ ਕਾਰਨ ਹੋ ਗਿਆ, ਜਾਣਿਆ ਨਹੀਂ ਜਾਂਦਾ। ਕਿਉਂ ਖਫਣੀ ਪਾ ਲਈ। ਸੰਪਤ ਸਰਬ ਪ੍ਰਕਾਰ ਵਿਸਾਲਾ। ਸਾਰੇ ਪ੍ਰਕਾਰ ਦੀ ਜਿਹੜੀ ਸੰਪਤੀ ਆ ਘਰੇ ਕੋਈ ਕਮੀ ਨਹੀਂ ਹੈ। ਉਤੋ ਸੂਤ ਅਧਿਕਾਏ ਨਿਰਪਾਲਾ। ਫਿਰ ਰਾਜੇ ਨਾਲ ਬੜੀ ਸੂਤ ਬਣੀ ਸੀ, ਭਾਵ ਸੂਤ ਜਿਵੇਂ ਕਹਿੰਦੇ ਮੇਰੀ ਗੱਲ ਸੂਤ ਹੋ ਗਈ, ਠੀਕ ਹੋ ਗਈ। ਰਾਜੇ ਨਾਲ ਵੀ ਚੰਗੀ ਸੂਤ ਸੀ ਉਹਦੀ। ਤਲਵੰਡੀ ਬਿਰਤਤ ਹੈ ਐਸੇ। ਇਹ ਤਲਵੰਡੀ ਦੇ ਵਿੱਚ ਇਉਂ ਬਿਰਤਾਂਤ ਫੈਲ ਗਿਆ। ਸੁਨਹੁ ਗਇਓ ਮਰਦਾਨਾ ਜੈਸੇ। ਹੁਣ ਸੁਣੋ ਅੱਗੇ, ਜਿਵੇਂ ਭਾਈ ਮਰਦਾਨਾ ਜੀ ਗਏ। ਰਾਖ ਨਾਨਕੀ ਕੇਰਨ ਕੇਤੂ। ਪਹਿਲਾਂ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਚੱਲ ਕੇ ਗਏ। ਪ੍ਰਵਸਿਓ ਕੁਸਲ ਲੈਨ ਕੇ ਹੇਤੂ। ਉਸ ਵਕਤ ਪ੍ਰਵੇਸ਼ ਹੋਏ ਸੁਖ ਸਾਂਦ ਪੁੱਛਣ ਵਾਸਤੇ। ਜਾਏ ਦੁਆਏ ਕਹੀ ਬਿਦ ਨੀਕੀ। ਚੰਗੇ ਤਰੀਕੇ ਨਾਲ ਵੱਡਾ ਹੋਣ ਕਰਕੇ ਅਸੀਸ ਦਿੱਤੀ ਹੈ। ਐਸਿਓ ਬਹੁਰ ਪ੍ਰਭਾ ਜਿਹੇ ਫੀਕੀ। ਫਿਰ ਜਾ ਕਰਕੇ ਉਸ ਜਗ੍ਹਾ ਦੇ ਉੱਤੇ ਬੈਠਿਆ, ਰੌਣਕ ਚਿਹਰੇ ਦੀ ਜਿਹਦੀ ਫਿੱਕੀ ਸੀ। ਸਰਬ ਪ੍ਰਕਾਰ ਕੀਨ ਸਤਕਾਰਾ। ਸਾਰੇ ਤਰੀਕੇ ਨਾਲ ਸਤਕਾਰ ਕੀਤਾ। ਬਦਨ ਨਾਨਕੀ ਬਚਨ ਉਚਾਰਾ। ਬੇਬੇ ਨਾਨਕੀ ਜੀ ਨੇ ਮੁਖੋਂ ਬਚਨ ਕਿਹਾ। ਇਹੋ ਕੁਸ਼ਲ ਤਲਵੰਡੀ ਨਗਰੀ। ਭਾਈ ਮਰਦਾਨਾ ਤਲਵੰਡੀ ਨਗਰ ਦਾ ਸਾਰਾ ਸੁਖ ਸਾਂਦ ਦੱਸ ਕਿਵੇਂ ਨੇ ਸਾਰੇ ਉੱਥੇ। ਬਹੁਰ ਜਨਕ ਜਨਨੀ ਕੀ ਸਗਰੀ। ਫਿਰ ਬਾਬਾ ਕਲਿਆਣ ਚੰਦ ਮੇਰੇ ਪਿਤਾ ਜੀ, ਮਾਤਾ ਜੀ ਦਾ ਕੀ ਹਾਲ ਹੈ। ਸਰਬ ਕੁਸ਼ਲ ਸੋ ਰਾਏ ਸਰੀਰਾ। ਰਾਏ ਬੁਲਾਰ ਜੀ ਦਾ ਕੀ ਹਾਲ ਹੈ, ਉਹ ਵੀ ਦੱਸੋ। ਠੀਕ ਠਾਕ ਹੈ ਸਰੀਰ। ਨਿਜ ਆਵਨ ਹਿਤ ਕਹੋ ਮਤ ਧੀਰਾ। ਹੋਏ ਬੁੱਧੀ ਥਿਰ ਵਾਲੇ ਭਾਈ ਮਰਦਾਨਾ, ਮੈਨੂੰ ਕਾਰਨ ਦੱਸ, ਤੂੰ ਅਚਾਨਕ ਕਿਵੇਂ ਆ ਗਿਆ ਹੈ। ਸੁਨ ਮਰਦਾਨੇ ਬਚਨ ਬਖਾਨਾ। ਸੁਣ ਕੇ ਭਾਈ ਮਰਦਾਨੇ ਨੇ ਇਸ ਤਰ੍ਹਾਂ ਬਚਨ ਕਿਹਾ। ਸਰਬ ਪ੍ਰਕਾਰ ਕੁਸ਼ਲ ਤਿਹ ਥਾਨਾ। ਉੱਥੇ ਤਾਂ ਸਾਰਾ ਸੁਖ ਸਾਂਦ ਹੈ ਭਾਈ, ਠੀਕ ਠਾਕ ਹੈ। ਮਮ ਆਵਨ ਕੋ ਲਖੋ ਨਿਦਾਨਾ। ਮੇਰੇ ਆਉਣ ਦਾ ਕਾਰਨ ਜਾਣ ਲਓ ਇੱਥੇ। ਤੋਰ ਜਨਕ ਸੁਨਿਓ ਇਵ ਕਾਨਾ। ਤੁਹਾਡੇ ਪਿਤਾ ਜੀ ਨੇ ਕੰਨ ਵਿੱਚ ਇਸ ਤਰ੍ਹਾਂ ਸੁਣਿਆ ਹੈ। ਸ੍ਰੀ ਨਾਨਕ ਤਜ ਮੋਦੀ ਖਾਨਾ। ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਛੱਡ ਚੁੱਕੇ ਹਨ। ਵੇਖ ਫਕੀਰ ਸਰੀਰ ਹਠਾਨਾ। ਉਹਨਾਂ ਨੇ ਸਰੀਰ ਦੇ ਉੱਤੇ ਫਕੀਰੀ ਵਾਲਾ ਭੇਸ ਧਾਰ ਲਿਆ, ਇਉਂ ਸੁਣਿਆ ਉੱਥੇ। ਮੁਝ ਬੁਲਾਏ ਸੁਧ ਲੇਵਨ ਹੇਤੂ। ਮੈਨੂੰ ਖਬਰ ਲੈਣ ਵਾਸਤੇ ਕੋਲ ਬੁਲਾ ਕੇ ਫਿਰ ਇੱਥੇ ਭੇਜਿਆ ਹੈ। ਪਠਿਓ ਦ੍ਰੁਤ ਬੇਦੀ ਕੁਲ ਕੇਤੂ। ਛੇਤੀ ਕਿਹਾ, ਛੇਤੀ ਜਾ ਕੇ ਪਤਾ ਲੈ ਕੇ ਆ ਕੀ ਗੱਲ ਬਣੀ ਉੱਥੇ। ਕਮਲ ਬਦਨ ਹੈ ਅਬ ਕਹਿ ਜਾਈ। ਸੋ ਕਿਹੜੀ ਥਾਂ ਦੇ ਉੱਤੇ ਨੇ ਕਮਲ ਬਦਨ ਗੁਰੂ ਨਾਨਕ ਦੇਵ ਜੀ, ਹੁਣ ਕਿੱਥੇ ਹਨ ਉਹ। ਬੂਝ ਲਿਓ ਸੁਧ ਤਵ ਇੰਤਨ ਤਾਈ। ਮੈਂ ਹੁਣ ਉਹਨਾਂ ਨੂੰ ਹੀ ਜਾ ਕੇ ਪੁੱਛ ਲਾਂ ਵੀ ਕੀ ਗੱਲ ਹੈ, ਮੋਦੀ ਖਾਨਾ ਕਿਉਂ ਛੱਡ ਦਿੱਤਾ। ਨਾਤੁਰ ਜਿਹ ਬਿਦ ਕੀ ਸੁਧ ਹੋਏ। ਨਹੀਂ ਤਾਂ ਫਿਰ ਜਹੀ ਜੀ ਖਬਰ ਮੈਨੂੰ ਮਿਲੇਗੀ। ਮੁਝ ਹੈ ਬਤਾਵ
ਬਤਾਵੋ ਤੁਮ ਕਹਿ ਸੋਏ। ਫਿਰ ਨਹੀਂ ਤਾਂ ਮੈਨੂੰ ਤੁਸੀਂ ਦੱਸ ਦਿਓ ਵੀ ਕੀ ਗੱਲ ਹੈ, ਕਿਉਂ ਇਹ ਹੋਇਆ ਸਾਰਾ ਕੁਝ। ਸੁਨ ਕਰ ਸੋ ਤੁਮ ਰੇ ਪਿਤ ਮਾਤਾ। ਸੋ ਸੁਣ ਕਰਕੇ ਤੁਹਾਡੇ ਮਾਤਾ ਪਿਤਾ ਜੀ ਜਾਏ ਬਤਾਵੋ ਜੋ ਕੁਸਲਾਤਾ। ਜਿਵੇਂ ਸੁਖ ਸਾਂਦ ਹੈ ਸਾਰੀ ਮੈਂ ਜਾ ਕੇ ਦੱਸਣੀ ਆ, ਉਹਨਾਂ ਨੂੰ ਖਬਰ ਦੇਣੀ ਹੈ। ਆਪਣਾ ਜਾਣੋ ਆਵਨ ਹੇਤੂ। ਹੋਰ ਮੇਰਾ ਆਉਣ ਦਾ ਕੋਈ ਇੱਥੇ ਕਾਰਨ ਨਹੀਂ ਹੈ। ਕਾਰਜ ਸੁਧ ਬੇਦੀ ਕੁਲ ਕੇਤੂ। ਮੈਂ ਤਾਂ ਖਬਰ ਲੈਣ ਵਾਸਤੇ ਹੀ ਆਇਆ ਗੁਰੂ ਨਾਨਕ ਦੇਵ ਜੀ ਦੀ। ਦੋਹਰਾ ਸੁਨ ਬੋਲੀ ਪੁਨ ਨਾਨਕੀ ਜੋ ਅਵਲੋਕਤ ਨੈਣ। ਸੁਣ ਕੇ ਉਸ ਵਕਤ ਬੇਬੇ ਨਾਨਕੀ ਜੀ ਬੋਲੇ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਅੱਖਾਂ ਦੇ ਨਾਲ। ਕੋ ਸੁਧ ਜਾਨੋ ਇਹਾ ਕੀ ਕਹਿਨ ਬਨੈ ਕਿਉ ਬੈਨ। ਸੋ ਸੁਧ ਉਹ ਸੁਧ ਖਬਰ ਤਾਂ ਤੁਸੀਂ ਜਾਣਦੇ ਹੀ ਹੋ। ਇਹਾਂ ਕੀ ਇੱਥੋਂ ਦੀ ਕਹਿਣ ਬਣਾ ਕਿਉਂ ਬੈਨ, ਬਚਨ ਕਹਿਣਾ ਕਿਵੇਂ ਬਣਦਾ, ਸਾਰਾ ਠੀਕ ਠਾਕ ਹੈ। ਚੌਪਈ ਅਧਿਕ ਜੇ ਸੁਧ ਲੇਵਨ ਕੀ ਚਾਹੂ। ਜੇ ਤੈਨੂੰ ਜ਼ਿਆਦਾ ਖਬਰ ਲੈਣ ਦੀ ਮਨ ਦੇ ਅੰਦਰ ਚਾਹ ਨਾ ਬਣੀ ਹੋਈ ਹੈ, ਮਿਲਿਏ ਜਾਏ ਸਹੋਦਰ ਪਾਹੂ। ਤਾਂ ਫਿਰ ਮੇਰੇ ਭਰਾਤਾ ਜੀ ਨੂੰ ਜਾ ਕੇ ਜੰਗਲ 'ਚ ਬੈਠੇ ਮਿਲ ਲੈ। ਬੁਝੋ ਕੁਸ਼ਲ ਤਹਾਂ ਤੁਮ ਜਾਈ। ਉਹਨਾਂ ਨੂੰ ਜਾ ਕਰਕੇ ਸੁੱਖ ਸਾਂਦ ਪੁੱਛਣਾ ਕਰੋ ਜੀ। ਭਲੀ ਭਾਂਤ ਸੋ ਦੇਨ ਸੁਨਾਈ। ਭਲੀ ਭਾਂਤ ਦੇ ਨਾਲ ਫਿਰ ਜਿਹੜਾ ਹੈ ਉੱਥੇ ਸੁਣਾਉਣਾ ਕਰੋ ਜਾ ਕੇ। ਤਿੰਨ ਤੇ ਸੁਨ ਤਲਵੰਡੀ ਜਾਈਐ। ਉਹਨਾਂ ਤੋਂ ਸੁਣ ਕੇ ਤਲਵੰਡੀ ਨਗਰ ਵਿਖੇ ਜਾਣਾ ਕਰੋ। ਕੌਣ ਪੁੱਤ ਪਿਤ ਮਾਤਾ ਹੈ ਕੁਸ਼ਲ ਸੁਨਈਐ। ਫੇਰ ਪਿਤਾ ਜੀ ਨੂੰ ਅਤੇ ਮਾਤਾ ਜੀ ਨੂੰ ਜਾ ਕੇ ਸੁੱਖ ਸਾਂਦ ਸੁਣਾਓ ਸਾਰੀ। ਨਗਰ ਬਹਿਰ ਜਹ ਬਾਡੇ ਉਦਿਆਨਾ। ਜਿੱਥੇ ਬਾਹਰ ਨਗਰ ਤੋਂ ਹੈ ਨਾ ਬੜਾ ਜੰਗਲ, ਬਿਆਬਾਨ ਉਜਾੜ, ਉੱਥੇ ਬੈਠੇ ਹਨ ਭਰਾਤਾ ਜੀ। ਤਹ ਬੈਠੇ ਹੈ ਦਇਆ ਨਿਧਾਨਾ। ਦਇਆ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਉੱਥੇ ਸਜੇ ਹੋਏ ਨੇ। ਚਰਨ ਲੱਗਿਓ ਜਬ ਹੀ ਮਰਦਾਨਾ। ਜਦੋਂ ਭਾਈ ਮਰਦਾਨਾ ਜੀ ਚੱਲਣ ਲੱਗੇ, ਮੋਹਰ ਨਾਨਕੀ ਬਚਨ ਬਖਾਨਾ। ਫਿਰ ਬੇਬੇ ਨਾਨਕੀ ਜੀ ਨੇ ਬਚਨ ਕਿਹਾ, ਅਸਨੇ ਅਚਹੋ ਅਬ ਅਹ ਤਿਆਰੂ। ਪ੍ਰਸ਼ਾਦਾ ਛਕ ਲੈਂਦੇ ਭਾਈ ਮਰਦਾਨਾ ਜੀ, ਪ੍ਰਸ਼ਾਦਾ ਤਿਆਰ ਹੈ। ਲੈ ਤਬ ਕੀਨੋ ਖਾਨ ਆਹਾਰੂ। ਉਸ ਵਕਤ ਹਾਂ ਪ੍ਰਸ਼ਾਦਾ ਤਾਂ ਛਕਣਾ ਹੀ ਹੈ, ਭੁੱਖ ਲੱਗੀ ਹੈ। ਕਹਿੰਦੇ ਛਾਕੀ ਲੈਣਾ, ਉਸ ਵਕਤ ਪ੍ਰਸ਼ਾਦਾ ਛਕਿਆ। ਤ੍ਰਿਪਤ ਹੋਏ ਪੁਨ ਪਾਏ ਰਜਾਈ। ਫਿਰ ਆਗਿਆ ਪਾ ਕੇ ਤ੍ਰਿਪਤ ਹੋ ਕੇ ਚੱਲੇ। ਨਿਕਸ਼ੋ ਘਰ ਤੇ ਸ਼ੋਕ ਵਧਾਈ। ਘਰੋਂ ਨਿਕਲੇ ਨੇ ਬੜਾ ਸੋਗ ਵਧਾ ਕੇ ਮਨ ਚ ਵੀ ਇਹ ਕੀ ਹੋ ਗਿਆ। ਜਿਹ ਦਿਸ ਸ੍ਰੀ ਗੁਰ ਬੈਸੇ ਸੁਨੇ। ਜਿਸ ਪਾਸੇ ਗੁਰੂ ਸਾਹਿਬ ਜੀ ਬੈਠੇ ਸੁਣੇ ਸਨ। ਕੀਓ ਗਵਨ ਤਹਿ ਦਿਸ਼ਮਨ ਗੁਨੇ। ਮਨ ਦੇ ਅੰਦਰ ਇਹ ਵਿਚਾਰਿਆ ਕਿ ਉਸ ਪਾਸੇ ਨੂੰ ਫਿਰ ਗਏ ਵਿਚਾਰ ਕੇ। ਦੋਹਰਾ ਨਿਹਚੈ ਪਏ ਫਕੀਰ ਸੋ ਵੈਸੇ ਜੇ ਉਦਿਆਨ। ਸੋ ਇਸ ਤਰੀਕੇ ਨਾਲ ਨਿਸ਼ਚੈ ਭਏ ਫਕੀਰ ਸੋ। ਵਾਕਈ ਮਨ ਮੇਰਾ ਮੰਨਦਾ ਵੀ ਜਿਹੜੇ ਐ ਜੰਗਲਾਂ 'ਚ ਬਹਿ ਗਏ ਨੇ ਇਹ ਤਾਂ ਫਕੀਰ ਹੀ ਬਣ ਗਏ ਸੱਚਮੁੱਚ। ਦਰਬ ਬਹੁਤ ਕੀ ਕ੍ਰਿਤ ਸੀ ਤਜੀ ਨਾ ਕਰੀ ਸਿਆਨ। ਮਰਦਾਨਾ ਭਾਈ ਵੀ ਸੋਚਦਾ ਵੀ ਚੰਗੀ ਗੱਲ ਨਹੀਂ ਕੀਤੀ, ਸਿਆਣੀ ਗੱਲ ਨਹੀਂ ਇਹਨਾਂ ਨੇ ਕੀਤੀ, ਬਹੁਤ ਪੈਸੇ ਵਾਲਾ ਕੰਮਕਾਰ ਸੀ ਇਹਨਾਂ ਦਾ। ਜੋ ਪਈ ਲੋਕਨ ਸੋ ਬਿਲੋਕ ਪਤ ਲੋਕੂ। ਸੋ ਉਸ ਵਕਤ ਲੋਚਨ ਸੋ ਅੱਖਾਂ ਦੇ ਨਾਲ ਦੇਖਿਆ ਜਾ ਕਰਕੇ ਗੁਰੂ ਨਾਨਕ ਦੇਵ ਜੀ ਨੂੰ। ਭਇਓ ਵਸੇਖ ਹਿਰਦੇ ਮਹਿ ਸ਼ੋਕੂ। ਮਨ ਦੇ ਅੰਦਰ ਬਹੁਤ ਭਾਰੀ ਸੋਗ ਹੋ ਗਿਆ। ਜਿਹ ਤਨ ਮਹਿ ਕੰਚਨ ਲੰਕਾਰਾ। ਸੋ ਸੋਨੇ ਦੇ ਗਹਿਣੇ ਜਿਨ੍ਹਾਂ ਦੇ ਸਰੀਰ ਦੇ ਉੱਤੇ ਪਾਏ ਹੋਏ ਸੀ। ਮੋਤੀ ਰਤਨ ਸੁਭਤ ਅਪਾਰਾ। ਬਹੁਤ ਸੁੰਦਰ ਮੋਤੀ ਆਦਿਕ ਜਿਨ੍ਹਾਂ ਦੇ ਸਰੀਰ ਦੇ ਉੱਤੇ ਪਾਏ ਹੁੰਦੇ ਸਨ। ਚਾਰ ਪਟੰਬਰ ਪੁਨ ਪੁਸ਼ਪੰਬਰ। ਫਿਰ ਰੇਸ਼ਮ ਦੇ ਕੱਪੜੇ, ਪਸ਼ਮੀਨੇ ਦੇ ਕੱਪੜੇ ਬੜੇ ਸੋਹਣੇ ਪਾਏ ਹੁੰਦੇ ਸੀ। ਪਹਿਰੇ ਸੁਭਤ ਵਿਸਾਲ ਹੈ ਸੁੰਦਰ। ਜਿਨ੍ਹਾਂ ਦੇ ਸਰੀਰ ਉੱਪਰ ਬੜੇ ਸੋਹਣੇ ਕੱਪੜੇ ਸੁੰਦਰ ਸੋਹਣੇ ਲੱਗਦੇ ਸਨ। ਸੋ ਭਗਵੇ ਧਰ ਚੀਰ ਸਰੀਰਾ। ਬਈ ਇਹ ਬਹੁਤ ਮਾੜੀ ਗੱਲ ਹੈ ਵੀ ਉਹਨਾਂ ਨੇ ਭਗਵੇ ਕੱਪੜੇ ਪਾ ਲਏ ਸਰੀਰ ਦੇ ਉੱਤੇ। ਵੈਸੇ ਇਵ ਗੁਣ ਹੋਤ ਅਧੀਰਾ। ਇਸ ਤਰ੍ਹਾਂ ਸੋਚ ਕੇ ਘਬਰਾਉਂਦੇ ਨੇ, ਅਧੀਰਜ ਹੋ ਕੇ ਬੈਠ ਕੇ ਧੀਰਜ ਛੱਡਿਆ। ਜਿਨ ਕੇ ਭੀੜ ਪੂਰ ਚੌ ਫੇਰੇ। ਜਿਨ੍ਹਾਂ ਦੇ ਚਾਰੇ ਪਾਸੇ ਹਲੇ ਵੀ ਲੋਕਾਂ ਦੀ ਭੀੜ ਲੱਗੀ ਹੋਈ ਹੈ। ਉਸਤਤ ਕਰਤ ਰਹਿਤ ਨਰ ਘੇਰੇ। ਉਹਨਾਂ ਨੂੰ ਘੇਰ ਕੇ ਚਾਰੇ ਪਾਸਿਓਂ ਬੈਠੀ ਸੰਗਤ ਉਹਨਾਂ ਦੀ ਉਸਤਤ ਕਰਦੀ ਰਹਿੰਦੀ ਹੈ। ਸੋ ਏਕਲ ਉਦਿਆਨ ਮਝਾਰਾ। ਸੋ ਇਕੱਲੇ ਹੀ ਅੱਜ ਜੰਗਲ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਦੁਆਲੇ ਇੰਨੀ ਪਹਿਲਾਂ ਭੀੜ ਹੁੰਦੀ ਸੀ। ਵੈਸੇ ਇਵ ਕਹੈ ਦ੍ਰਿਗ ਜਲ ਡਾਰਾ। ਇਉਂ ਬੈਠ ਗਿਆ ਭਾਈ ਮਰਦਾਨਾ ਉੱਥੇ ਕੋਲ ਬੈਠ ਕੇ ਅੱਖਾਂ ਤੋਂ ਜਲ ਡਿੱਗ ਪਿਆ। ਇਹ ਕੀ ਹਾਲ ਕਰ ਲਿਆ। ਨਿਕਟ ਜਾਏ ਹੋਇਆ ਠਾਂਡ ਸੁਜਾਨਾ। ਉਸ ਵਕਤ ਗੁਰੂ ਸਾਹਿਬ ਦੇ ਨੇੜੇ ਜਾ ਕੇ ਫਿਰ ਖੜਾ ਹੋ ਗਿਆ ਹੈ। ਕਰ ਦੁਆਏ ਕਲਿਆਣ ਬਖਾਨਾ। ਸੋ ਦੁਆ ਕੀਤੀ ਤੇ ਕਲਿਆਣ ਕਹੀ। ਉਸ ਵਕਤ ਨਿਕਟ ਬੈਠ ਪੁਨ ਬਚਨ ਉਚਾਰਾ। ਨੇੜੇ ਬੈਠ ਕੇ ਬਚਨ ਕਿਹਾ।
ਕੈਸੋ ਵੇਖ ਸਰੀਰ ਸੁਧਾਰਾ। ਆਪ ਜੀ ਨੇ ਕੀ ਵੇਸ ਧਾਰਨ ਕਰ ਲਿਆ ਸਰੀਰ ਦੇ ਉੱਤੇ ਜੀ। ਮੋਦੀ ਕ੍ਰਿਤ ਹੋਤੀ ਧਨ ਦਾਨੀ। ਸੋ ਮੋਦੀ ਦੀ ਕਿਰਤ ਇੰਨੀ ਸੋਹਣੀ ਸੀ, ਧਨ ਦੇ ਦਾਨੀ ਸੀ, ਕੱਪੜਾ ਵੰਡਦੇ ਸੀ, ਗਰੀਬਾਂ ਨੂੰ ਰੋਟੀ ਖਵਾਉਂਦੇ ਸੀ। ਕਿਉ ਤਜ ਬੈਠੇ ਭੋਗ ਗੁਣ ਖਾਨੀ। ਇਹ ਗੁਣਾ ਦੀ ਖਾਨ ਗੁਰੂ ਨਾਨਕ ਦੇਵ ਜੀ ਸਾਰਾ ਕੁਝ ਛੱਡ ਕਿਉਂ ਦਿੱਤਾ ਹੁਣ? ਖਾਵਤ ਖਰਚਤ ਟੁੱਟ ਭੰਡਾਰਾ। ਖਾਂਦੇ ਸੀ ਆਪ, ਖਰਚਦੇ ਸੀ, ਵੰਡਦੇ ਸੀ, ਬੜਾ ਭੰਡਾਰਾ ਟੁੱਟ ਸੀ ਤੁਹਾਡਾ। ਹਸਨ ਬਸਨ ਨਹਿ ਕਮੀ ਅਗਾਰਾ। ਕੋਈ ਘਰ ਦੇ ਵਿੱਚ ਅਗਾਰਾ ਤੋਂ ਭਾਵ ਘਰ ਦੇ ਵਿੱਚ ਕੋਈ ਕਮੀ ਸੀ ਕਿਸੇ ਗੱਲ ਦੀ? ਕੱਪੜੇ ਲੀੜੇ ਦੀ, ਖਾਣ ਪੀਣ ਦੀ। ਭਲੀ ਗੁਜ਼ਰ ਸੀ ਤੁਮਰੀ ਤਿਹਤੇ। ਉੱਥੋਂ ਤੁਹਾਡਾ ਕਿੰਨਾ ਸੋਹਣਾ ਗੁਜ਼ਾਰਾ ਚੱਲਦਾ ਸੀ, ਪਰਿਵਾਰ ਦਾ ਵੀ ਗੁਜ਼ਾਰਾ ਚੱਲਦਾ ਸੀ। ਸਰਬ ਦਰਬ ਘਰ ਭਰਪੁਰ ਜਿਹਤੇ। ਜਿਸ ਕਰਕੇ ਸਾਰੇ ਘਰ ਦੇ ਵਿੱਚ ਵੀ ਦੇਖੋ ਪੈਸਾ ਭਰਿਆ ਹੀ ਰਹਿੰਦਾ ਸੀ। ਕਹਿ ਟੋਟਾ ਆਇਓ ਤਿਹ ਮਾਹੀ। ਨਾ ਕੋਈ ਘਾਟਾ ਪੈ ਗਿਆ ਉਹਦੇ ਵਿੱਚ ਜਿਹੜਾ ਤੁਸੀਂ ਛੱਡ ਕੇ ਇੱਥੇ ਬੈਠ ਗਏ ਹੋ। ਕਿਦੋਂ ਨਰੇਸ਼ ਦਈ ਪੁਨ ਨਾਹੀ। ਕਿ ਜਾਂ ਨਰੇਸ਼ ਰਾਜੇ ਨੇ ਫਿਰ ਦੌਲਤ ਖਾਨ ਨੇ ਭਈ ਕੋਈ ਨਹੀਂ ਦਿੱਤਾ, ਕਿ ਮਾਇਆ ਨਹੀਂ ਦਿੱਤੀ ਜਾਂ ਸਮਾਨ ਨਹੀਂ ਦਿੱਤਾ। ਕਿ ਕਾਰਨ ਤੇ ਸੋ ਕ੍ਰਿਤ ਛੋਰੀ। ਕਿਸ ਕਾਰਨ ਨੂੰ ਲੈ ਕੇ ਤੁਸੀਂ ਉਹ ਸਾਰਾ ਇੰਨਾ ਸੋਹਣਾ ਕੰਮਕਾਰ ਛੱਡ ਦਿੱਤਾ? ਕਿਉਂ ਅਸ ਬੇਸਹਿ ਕੀਨ ਬਹੋਰੀ। ਇਹੋ ਜਿਹਾ ਫਿਰ ਤੁਸੀਂ ਬੇਸ ਕਿਉਂ ਬਣਾ ਲਿਆ, ਲਿਬਾਸ ਕਿਉਂ ਬਣਾ ਲਿਆ ਆਪਣਾ? ਸ੍ਰੀ ਨਾਨਕ ਸੁਨ ਬੋਲੇ ਬਾਨੀ। ਗੁਰੂ ਨਾਨਕ ਦੇਵ ਜੀ ਸੁਣ ਕੇ ਬਚਨ ਬੋਲੇ। ਜੋ ਵਿਰਾਗ ਕੇ ਰਸ ਮਹਿ ਸਾਨੀ। ਬਚਨ ਜਿਹੜੇ ਸੀ ਵਿਰਾਗ ਦੇ ਵਿੱਚ ਮਿਲੇ ਹੋਏ, ਫਿਰ ਗੁਰੂ ਨਾਨਕ ਦੇਵ ਜੀ ਨੇ ਕਹੇ ਭਾਈ ਮਰਦਾਨੇ ਨੂੰ, ਮਰਦਾਨੇ ਤੂੰ ਪੂਰਬ ਵਾਰੀ। ਮਰਦਾਨਿਆਂ ਤੂੰ ਪਿਛਲੀ ਵਾਰ ਸਾਨੂੰ ਮਮ ਢਿਗ ਜਾਚਾ ਆਨ ਉਚਾਰੀ। ਮੇਰੇ ਕੋਲੋਂ ਆ ਕਰਕੇ ਮੰਗਿਆ ਸੀ, ਇਉਂ ਤੈਨੂੰ ਕਿਹਾ ਸੀ। ਤਤ ਬਾਦਤ ਕੇ ਤਬ ਗੁਣ ਦੀਨੋ। ਉਸ ਵਕਤ ਅਸੀਂ ਤੈਨੂੰ ਤੰਦੀ ਦੇ ਵਾਜੇ ਦੇ ਵਜਾਉਣ ਦਾ ਗੁਣ ਦਿੱਤਾ ਸੀ। ਹਰਖਵਾਨ ਮਨ ਹੋਇ ਤੈ ਲੀਨੋ। ਤੂੰ ਬੜਾ ਖੁਸ਼ ਹੋ ਕਰਕੇ ਉਸ ਵਕਤ ਲਿਆ ਸੀ। ਇਸ ਸਮੇਂ ਕੋ ਬੁਝੋ ਹੇਤੂ। ਸੋ ਸਮਝੋ ਹੁਣ ਕਾਰਨ, ਉਸ ਸਮੇਂ ਦਾ ਕਾਰਨ ਸਮਝੋ ਕੀ ਕਾਰਨ ਹੈ। ਅਵਰਣਾ ਕਾਰਜ ਸਮਤਨ ਕੇਤੂ। ਹੁਣ ਜਿਹੜਾ ਇਹ ਬੁੱਧੀਮਾਨ ਹੋਰ ਕੋਈ ਕੰਮ ਨਹੀਂ, ਆਪਾਂ ਹੁਣ ਪ੍ਰਚਾਰ ਕਰਨਾ ਹੈ। ਨਿਸਬਾਸਰ ਮਮ ਸੰਗ ਰਹੀਜੈ। ਭਾਈ ਚੰਗਾ ਹੋ ਗਿਆ, ਬਹਾਨੇ ਨਾਲ ਆ ਗਿਆ, ਹੁਣ ਰਾਤ ਦਿਨ ਤੂੰ ਮੇਰੇ ਕੋਲ ਰਹਿਣਾ ਹੈ। ਆਨ ਜਾਨ ਕੋ ਨਾਮ ਨਾ ਲੀਜੈ। ਬਸ ਅੱਜ ਤੋਂ ਨਾ ਆਉਣਾ ਨਾ ਜਾਣਾ, ਬਸ ਕਿਤੇ ਨਹੀਂ ਜਾਣਾ ਹੈ, ਮੇਰੇ ਕੋਲ ਹੀ ਰਹਿਣਾ ਤੁਸੀਂ। ਜਨਮ ਸੁਧਾਰ ਲਿਓ ਤੁਮ ਆਪਣਾ। ਆਪਣਾ ਜਨਮ ਤੂੰ ਵੀ ਸੁਧਾਰ ਲੈ ਭਾਈ। ਜਗਤ ਅਸਤ ਲਖੋ ਜਿਵ ਸੁਪਨਾ। ਇਹ ਦੁਨੀਆ ਸਾਰੀ ਅਸਤ ਹੈ, ਝੂਠੀ ਹੈ, ਜਿਵੇਂ ਸੁਪਨਾ ਹੁੰਦਾ ਹੈ। ਸੋ ਹੈ ਮਦ ਗੁੜਾਕਾ ਜੋਲੋ। ਜਦੋਂ ਤੱਕ ਗੁੜਾਕਾ ਰੋਗ ਹੈ, ਨੀਂਦ ਆਉਂਦੀ ਆ, ਉਹਦੇ ਵਿੱਚ ਸੁੱਤਾ ਪਿਆ, ਉਦੋਂ ਤੱਕ ਸੁਪਨਾ ਅਗਿਆਨਤਾ ਵਿੱਚ ਸੁੱਤਾ ਹੈ। ਸੁਪਨਾ ਸਤ ਭਾਸ ਹੈ ਤੋਲੋ। ਜਦੋਂ ਤੱਕ ਬੰਦਾ ਸੁੱਤਾ ਹੁੰਦਾ, ਉਦੋਂ ਤੱਕ ਸੁਪਨਾ ਸੱਚਾ ਲੱਗਦਾ ਹੈ। ਦੋਹਰਾ ਜਬ ਜਾਗ ਹੈ ਤਬ ਸੂਝੇ ਸੁਪਨ ਪਦਾਰਥ ਕੂਰਾ। ਜਦੋਂ ਬੰਦਾ ਜਾਗ ਪੈਂਦਾ ਤਾਂ ਪਤਾ ਲੱਗਦਾ ਕਿ ਸੁਪਨੇ ਦੇ ਪਦਾਰਥ ਤਾਂ ਝੂਠੇ ਸੀ ਸਾਰੇ, ਐਵੇਂ ਹੀ ਰਾਜਾ ਬਣਿਆ ਬੈਠਾ ਸੁਪਨੇ ਦੇ ਵਿੱਚ। ਜਗਤ ਪਦਾਰਥ ਤਸ ਲਖੋ ਗਿਆਨ ਭਏ ਤੇ ਦੂਰ। ਗਿਆਨ ਦੇ ਨਾਲ ਇਹ ਸਭ ਚੀਜ਼ਾਂ ਦੂਰ ਹੋ ਜਾਂਦੀਆਂ। ਜਗਤ ਦੇ ਪਦਾਰਥ ਝੂਠੇ ਨੇ, ਅਗਿਆਨਤਾ ਵਿੱਚ ਸੱਚੇ ਪ੍ਰਤੀਤ ਹੁੰਦੇ ਨੇ। ਜਦੋਂ ਗਿਆਨ ਅੰਦਰ ਜਾਗਰਤ ਅਵਸਥਾ ਹੁੰਦੀ ਹੈ, ਜਾਗਰਤ ਸੁਪਨ ਸੁਖੋਪਤ, ਇਹ ਸਾਰੀਆਂ ਅਵਸਥਾਵਾਂ ਜਿਹੜੀਆਂ ਨੇ, ਸੁਭ ਇੱਛਾ ਸੁਭ ਵਿਚਾਰਨਾ ਤਨੂ ਮਾਨਸਾ, ਫਿਰ ਅੰਸ ਸਖਤ, ਇਹ ਪਦਾਰਥਾ ਭਾਵਨੀ ਤੇ ਜਾ ਕੇ ਸਾਰੇ ਪਦਾਰਥ ਅਲੋਪ ਹੋ ਜਾਂਦੇ ਨੇ। ਕਿਉਂਕਿ ਸਾਰੇ ਪਦਾਰਥ ਜਿਹੜੇ ਨੇ ਦਿਖਣੋਂ ਹਟ ਜਾਂਦੇ ਨੇ। ਕੀ ਦਿਖਦਾ? ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਚੌਪਾਈ ਸ੍ਰੀ ਨਾਨਕ ਬਚ ਸੁਨੇ ਸੁਭਾਗੂ। ਭਾਗਾਂ ਵਾਲੇ ਨੇ ਜਦ ਗੁਰੂ ਨਾਨਕ ਦੇਵ ਜੀ ਤੋਂ ਇਹ ਬਚਨ ਸੁਣੇ, ਭਇਓ ਸਹਿਜ ਹੀ ਹਿਰਦੈ ਬਿਰਾਗੂ। ਬਸ ਮਹਾਰਾਜ ਦਾ ਤਾਂ ਬਸ ਇੰਨਾ ਹੀ ਕਹਿਣਾ ਸੀ, ਉਹਦੇ ਮਨ 'ਚ ਬਿਰਾਗ ਜਾਗ ਪਿਆ ਉਸੇ ਵਕਤ। ਜਾਹੇ ਨਾਮ ਅਗਿਆਨ ਮਿਟਾਵਹਿ। ਉਸ ਵਕਤ ਜਿਨ੍ਹਾਂ ਦਾ ਤਾਂ ਨਾਂ ਲਿਆ ਹੀ ਅਗਿਆਨ ਬੰਦੇ ਦਾ ਮਿਟ ਜਾਂਦਾ। ਤੇ ਉਪਦੇਸ਼ ਬੋਧ ਕਿਉਂ ਨ ਆਵਹਿ। ਜੇ ਧੰਨ ਗੁਰੂ ਨਾਨਕ ਦੇਵ ਜੀ ਕਹਿ ਦਈਏ ਅਗਿਆਨਤਾ ਦੂਰ ਹੁੰਦੀ ਹੈ, ਜੇ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਉਪਦੇਸ਼ ਦੇ ਦੇਣ ਤਾਂ ਫਿਰ ਗਿਆਨ ਕਿਉਂ ਨਾ ਹੋਵੇਗਾ ਉੱਥੇ। ਬਿਗਸ ਬਦਨ ਤੇ ਬਚਨ ਪ੍ਰਕਾਸ਼ਾ। ਖੁਸ਼ ਹੋ ਕੇ ਮੁਖ ਵਿੱਚੋਂ ਇਉਂ ਬਚਨ ਕਿਹਾ, ਇੱਛਾ ਗਵਨ ਕਰਨ ਕੇ ਆਸਾ। ਸੋ ਇਸ ਕਰਕੇ ਕਿਸ ਪਾਸੇ ਹੁਣ ਜਾਣ ਦੀ ਇੱਛਾ ਹੈ ਜੀ। ਤੁਮ ਕਾਰਜ ਜੋ ਮਮ ਆਦੀਨਾ। ਤੁਹਾਡਾ ਜਿਹੜਾ ਕਾਰਜ ਹੈ ਮੇਰੇ ਅਧੀਨ, ਤੁਸੀਂ ਮੈਨੂੰ ਡਿਊਟੀ ਲਾਈ ਜਿਹੜੀ, ਕਰੋ ਕਿਉਂ ਨਾ ਮੈਂ ਹੋਏ ਛਲਹੀਨਾ। ਮੈਂ ਤੁਹਾਡਾ ਜਿਹੜਾ ਕਾਰਜ ਹੈ ਕੋਈ ਵੀ ਹੁਕਮ ਕਰੋਗੇ ਬਿਨਾਂ ਕਿਸੇ ਛਲ ਕਪਟ ਤੋਂ ਕਰਾਂਗਾ ਸੇਵਾ।
ਤੁਮਰੇ ਦਰਸ ਕਰਖ ਮਨ ਲੀਆ। ਤੁਹਾਡੇ ਦਰਸ਼ਨਾਂ ਨੇ ਮੇਰੇ ਮਨ ਨੂੰ ਖਿੱਚ ਪਾ ਦਿੱਤੀ, ਬਸ ਕੁਛ ਨਹੀਂ ਚੰਗਾ ਲੱਗਦਾ, ਕਿਉਂਕਿ ਸਤਿਗੁਰੂ ਜੀ ਨੂੰ ਕਿਰਪਾ ਦ੍ਰਿਸ਼ਟੀ ਕਰ ਦੇਣ ਉਹਨੂੰ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ। ਏਕ ਆਸ ਨਾਸੀ ਅਬ ਬੀਆ। ਬਸ ਹੁਣ ਇੱਕੋ ਹੀ ਆਸ ਹੈ ਤੁਹਾਡੀ ਸੇਵਾ, ਬਸ ਇੱਕੋ ਹੀ ਆਸ ਤੁਹਾਡੇ ਕੋਲ ਰਹਿਣਾ। ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਮਨ ਦੇ ਅੰਦਰੋਂ ਹੁਣ ਖਤਮ ਹੋ ਗਈਆਂ। ਜਗਤ ਵਿਕਾਰਨ ਤੇ ਭੀ ਸ਼ਾਂਤੀ। ਇਹੋ ਜਿਹੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਮਹਾਰਾਜ ਨੇ ਕਿ ਜਿਹੜੇ ਜਗਤ ਦੇ ਵਿਕਾਰ ਸੀ ਉਹ ਵੀ ਮਰਦਾਨੇ ਭਾਈ ਦੇ ਦਿਲ ਚੋਂ ਮੇੜ ਦਿੱਤੇ। ਔਰ ਆਨੰਦ ਉਪਜਾ ਬਹੁ ਭਾਂਤੀ। ਬਹੁਤ ਮਨ ਆਨੰਦਿਤ ਹੋ ਗਿਆ, ਗੁਰੂ ਦੀ ਕਿਰਪਾ ਹੋ ਗਈ। ਦੋਹਰਾ ਕਿਤ ਦਿਸ ਕਰੋ ਪਿਆਨ ਅਬ ਸੰਗ ਲੀਏ ਕਰ ਮੋਹ। ਕਿਸ ਪਾਸੇ ਜਾਣਾ ਮਹਾਰਾਜ, ਹੁਣ ਹੁਕਮ ਕਰੋ, ਮੈਨੂੰ ਲੈ ਕੇ ਕਿਸ ਪਾਸੇ ਜਾਣਾ, ਚਲੋ ਚੱਲੀਏ। ਸੁਨ ਮਰਦਾਨੇ ਕੇ ਬਚਨ ਬੋਲੇ ਆਨੰਦ ਸੰਦੋਹੇ। ਪੂਰਨ ਆਨੰਦ ਸਰੂਪ ਗੁਰੂ ਨਾਨਕ ਦੇਵ ਜੀ ਬੋਲੇ ਬਚਨ ਭਾਈ ਮਰਦਾਨੇ ਦੇ ਬਚਨ ਸੁਣ ਕੇ। ਜੋ ਪਈ ਨਹੀਂ ਪ੍ਰਥਮ ਏਵ ਕੋਈ ਵਿਚਾਰਾ। ਭਾਈ ਮਰਦਾਨਾ ਜਿਹੜਾ ਹੈ ਨਾ, ਕੋਈ ਵਿਚਾਰ ਨਹੀਂ ਹਲੇ, ਪਹਿਲਾਂ ਕੋਈ ਹੁਕਮ ਆਊਗਾ ਫਿਰ ਚੱਲਾਂਗੇ। ਪਹਿਲੇ ਜਾਵਹਿ ਸ੍ਰੀ ਕਰਤਾਰਾ। ਦੇਖੋ ਆਪਾਂ ਤਾਂ ਕਰਤਾਰ ਦੇ ਨੌਕਰ ਹਾਂ, ਕਰਤਾਰ ਨੇ ਹੁਕਮ ਕਰਨਾ ਕਿ ਪਹਿਲਾਂ ਕਿੱਧਰ ਨੂੰ ਜਾਣਾ, ਫਿਰ ਉਧਰ ਨੂੰ ਜਾਵਾਂਗੇ ਆਪਾਂ। ਤੇ ਦਿਸ ਚਲਹੁ ਸੰਗ ਹਰ ਖਾਏ। ਤਿਤ ਦਿਸ ਚਲੋ, ਉਸ ਪਾਸੇ ਫਿਰ ਮੇਰੇ ਨਾਲ ਚੱਲਿਓ ਖੁਸ਼ ਹੋ ਕੇ। ਮੋਹ ਲੋਭ ਕਹੁ ਹਿਰਦੇ ਬਿਹਾਏ। ਮੋਹ ਅਤੇ ਲੋਭ ਨੂੰ ਹਿਰਦੇ ਚੋਂ ਛੱਡ ਕੇ। ਸੁਨ ਪ੍ਰਭ ਏਕ ਕਠਨ ਬਿਦ ਮੋਹੂ। ਮਹਾਰਾਜ ਇੱਕ ਵਿਧੀ ਬਹੁਤ ਕਠਨ ਲੱਗਦੀ ਮੈਨੂੰ। ਦੋਹ ਦਿਸਤੇ ਮੁਸ਼ਕਲ ਸੀ ਜੋਹੂ। ਜਿਹੜੀ ਮੈਂ ਦੇਖੀ ਆ ਨਾ ਦੋਨਾਂ ਪਾਸਿਆਂ ਤੇ ਔਖੀ। ਤੁਮਰੀ ਸੁਧ ਸੁਨ ਪਿਤ ਮਹਤਾਰੀ। ਤੁਹਾਡੀ ਖਬਰ ਸੁਣ ਕੇ ਪਿਤਾ ਤੇ ਮਾਤਾ ਜੀ ਨੇ ਸਦਨਹਿ ਤੇ ਮੁਝ ਲੀਨ ਹਕਾਰੀ। ਮੈਨੂੰ ਘਰੋਂ ਆਪਣੇ ਕੋਲ ਬੁਲਾਇਆ ਸੀ ਉਹਨਾਂ ਨੇ। ਕੁਸ਼ਲ ਲੈਨ ਮੁਝ ਦ੍ਰੁਤ ਪਠਾਇਆ। ਮੈਨੂੰ ਤੁਹਾਡੀ ਸੁੱਖ ਸਾਂਦ ਪੁੱਛਣ ਲਈ ਦ੍ਰੁਤ ਹੁੰਦਾ ਛੇਤੀ ਹੀ ਭੇਜਿਆ ਹੈ ਇੱਥੇ। ਬਿਨ ਬਿਲੰਬ ਹੋ ਆਇਓ ਧਾਇਆ। ਮੈਂ ਭੱਜ ਕੇ ਆਇਆ ਬਿਨਾਂ ਕਿਸੇ ਦੇਰੀ ਤੋਂ। ਤਿਤ ਦਿਸ ਕੀ ਉਡੀਕ ਸੋ ਕਰਹੀ। ਸੋ ਇਸ ਪਾਸੇ ਦੀ ਉਡੀਕ ਉਹ ਕਰ ਰਹੇ ਹੋਣਗੇ ਵੀ ਭਾਈ ਮਰਦਾਨਾ ਪਤਾ ਲੈ ਕੇ ਆਵੇਗਾ। ਰਾਵਰ ਕੀ ਚਿਤ ਚਿੰਤਾ ਧਰਹੀ। ਆਪ ਜੀ ਦੀ ਜਿਹੜੀ ਚਿੱਤ ਦੇ ਵਿੱਚ ਬਹੁਤ ਚਿੰਤਾ ਕਰਦੇ ਹੋਣਗੇ। ਦੋਹਰਾ ਨਿਜ ਰਜਾਇ ਤੇ ਗ੍ਰਹਿਣ ਕੀ ਜਾਵਿਦ ਮੁਸ਼ਕਲ ਮੋਹੇ। ਸੋ ਹੁਣ ਇੱਕ ਪਾਸੇ ਤਾਂ ਆਪ ਜੀ ਦਾ ਹੁਕਮ ਹੈ ਕੋਲ ਰਹਿਣ ਦਾ, ਇੱਕ ਪਾਸੇ ਉਹ ਕਹਿੰਦੇ ਪਤਾ ਲੈ ਕੇ ਆ। ਮੈਂ ਤਾਂ ਦੋਨੋਂ ਪਾਸੇ ਫਸ ਗਿਆ, ਮੈਨੂੰ ਦੱਸੋ ਮੈਂ ਕੀ ਕਰਾਂ। ਜਾਨੋ ਬਨਨ ਅਬ ਤਹਾਂ ਸੋ ਚਿੰਤਾ ਤੁਰ ਹੋਏ। ਉਹ ਚਿੰਤਾ ਕਰਕੇ ਦੁਖੀ ਹੋਣਗੇ ਮਹਾਰਾਜ ਜੀ, ਹੁਣ ਉੱਥੇ ਜਾਣਾ ਵੀ ਨਹੀਂ ਬਣਦਾ। ਚੌਪਈ ਸ੍ਰੀ ਗੁਰ ਭਨੈ ਸੁਨਹੁ ਮਰਦਾਨਾ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਬਚਨ ਭਾਈ ਮਰਦਾਨਾ ਸੁਣ ਹੁਣ। ਕਰੋ ਆਪ ਜਿਉ ਪਾਲ ਮਨ ਮਾਨਾ। ਅੱਛਾ ਤੇਰਾ ਮਨ ਕੀ ਕਹਿੰਦਾ, ਜਿਵੇਂ ਤੇਰਾ ਮਨ ਕਹਿੰਦਾ ਨਾ, ਤੂੰ ਪਹਿਲਾਂ ਇਹ ਦੁਬਿਧਾ ਚੋਂ ਨਿਕਲ। ਹਮਰੇ ਸੰਗ ਕਠਨਤਾ ਰਹਿਣਾ। ਸਾਡੇ ਨਾਲ ਵੈਸੇ ਜਿਹੜਾ ਰਹਿਣਾ ਔਖਾ ਹੈ ਤੇਰਾ। ਤ੍ਰਿਸ਼ਨਾ ਦਹਨ ਵਿਖੈ ਜੋ ਦਹਨਾ। ਇਸ ਕਰਕੇ ਜਿਹੜਾ ਬੰਦਾ ਤ੍ਰਿਸ਼ਨਾ ਦੇ ਵਿੱਚ ਦਹਨ ਸੜਦਾ ਨਾ, ਵਿਖਿਆ ਜੋ ਦਹਨਾ, ਫਿਰ ਜ਼ਹਿਰ ਦੇ ਵਿੱਚ ਸੜਦਾ। ਤੋਏ ਸੰਤੋਖ ਬੁਝਾਵਨ ਕਰਹੀ। ਸੰਤੋਖ ਰੂਪੀ ਜਾਲੀ ਇਹ ਦੋਨਾਂ ਚੀਜ਼ਾਂ ਨੂੰ ਬੁਝਾਉਂਦਾ। ਇਸ ਕਰਕੇ ਤ੍ਰਿਸ਼ਨਾ ਦੀ ਅੱਗ ਨੂੰ ਅਤੇ ਮਾਇਆ ਦੇ ਸਾੜਨੇ ਨੂੰ, ਇਹਨਾਂ ਨੂੰ ਸੰਤੋਖ ਕਰਕੇ ਹੀ ਬੁਝਾਉਣਾ ਪੈਂਦਾ। ਸੋ ਹਮ ਸੰਗਤ ਕੋ ਅਨਸਰਹੀ। ਇਸ ਕਰਕੇ ਅਨੁਕੂਲ ਹੈ ਸਾਡੀ ਸੰਗਤ ਵਿੱਚ ਰਹਿਣਾ, ਤਾਂ ਤੂੰ ਰਹਿ ਸਕਦਾ ਅਨੁਕੂਲ ਹੋ ਕੇ, ਜੇ ਸੰਤੋਖ ਰੱਖੇਗਾ। ਆਸਨ ਬਸਨ ਪ੍ਰਾਪਤ ਤੇ ਕਾਲੂ। ਕਿਸੇ ਵੇਲੇ ਹੋਵੇਗਾ ਕੱਪੜਾ ਨਹੀਂ ਮਿਲਦਾ, ਕਿਸੇ ਵੇਲੇ ਹੋਵੇਗਾ ਰੋਟੀ ਵੀ ਨਹੀਂ ਮਿਲੇਗੀ। ਨਹਿ ਪਾਵ ਹੈ ਜਨ ਹੋਏ ਬਹੁ ਬਿਹਾਲੂ। ਇਸ ਕਰਕੇ ਪਰ ਜੇ ਕਿਸੇ ਵੇਲੇ ਨਾ ਮਿਲੇ, ਇਹ ਨਾ ਹੋਵੇ ਕਿ ਤੂੰ ਦੁਖੀ ਹੋ ਜਾਏ, ਔਖਾ ਹੋ ਜਾਏ ਸਾਡੇ ਨਾਲ ਰਹਿ ਕੇ। ਸੁਖ ਭੋਗਨ ਜੇ ਪਿਆਸ ਬਿਲਾਸਾ। ਸੋ ਜੇ ਸੁਖ ਭੋਗਣ ਦੀ ਬਹੁਤੀ ਜ਼ਿਆਦਾ ਪਿਆਸ ਹੈ ਜਾਂ ਸੰਸਾਰੀ ਰਸਕਸ ਮਾਨਣ ਦੀ ਪਿਆਸ ਹੈ, ਤੋ ਜਾਵਹੁ ਕਾਲੂ ਪਿਤ ਪਾਸਾ। ਤਾਂ ਫਿਰ ਇਉਂ ਕਰ, ਹੁਣੇ ਹੀ ਚੰਗਾ ਤੂੰ ਚੁੱਪ ਕਰਕੇ ਕਲਿਆਣ ਚੰਦ ਬਾਬਾ ਜੀ ਭਾਵ ਸਾਡੇ ਪਿਤਾ ਜੀ ਕੋਲ ਚਲਿਆ ਜਾ, ਰਾਏ ਭੋਜ ਦੀ ਤਲਵੰਡੀ। ਬੈਸਨ ਰਹਿਣ ਮਿਲਣ ਪਰਵਾਰਾ। ਆਰਾਮ ਨਾਲ ਆਪਣੇ ਘਰੇ ਬੈਠੋ, ਮਿਲੋ ਗਿਲੋ, ਮੌਜਾਂ ਕਰੋ ਜਾਓ। ਇਹ ਬੰਤ ਐਸਾ ਮਦ ਅਗਾਰਾ। ਇਹ ਗੱਲਾਂ ਘਰ ਵਿੱਚ ਹੀ ਹੁੰਦੀਆਂ ਨੇ। ਸੁਖੀ ਰਹਿਣਾ, ਮੌਜਾਂ ਕਰਨੀਆਂ, ਜੋ ਮਰਜ਼ੀ ਖਾ ਪੀ ਲਿਆ, ਇੱਧਰ ਮਿਲ ਲਿਆ ਉੱਧਰ ਮਿਲ ਲਿਆ, ਇਹ ਮੇਰੇ ਨਾਲ ਨਹੀਂ ਚੱਲਣੀਆਂ। ਇਹ ਦੋਹਰਾ ਸੁਦਾ ਨਗਨਤਾ ਜਾਣੀਏ ਪੁਨ ਰਹਿਨੋ ਧਿਆਨ। ਇਹ ਜਾਣ ਲੈ ਮੇਰੇ ਨਾਲ ਭੁੱਖ ਵੀ ਕੱਟਣੀ ਪੈਣੀ ਆ, ਕਦੇ ਕੱਪੜਾ ਵੀ ਨਹੀਂ ਮਿਲਣਾ, ਤੇ ਉਦਿਆਨ ਵਿੱਚ ਜੰਗਲ ਵਿੱਚ ਵੀ ਜਾਣਾ ਆਪਾਂ ਨੇ, ਪ੍ਰਚਾਰ ਜੋ ਕਰਨਾ
ਸਭ ਤੋਂ ਸਖਤ ਪ੍ਰਚਾਰ ਜਿੰਨੀ ਔਖਿਆਈ ਕੱਟ ਕੇ ਮਹਾਰਾਜ ਨੇ ਪ੍ਰਚਾਰ ਕੀਤਾ ਭਾਈ ਮਰਦਾਨਾ ਬਾਲਾ ਨੇ। ਇਹ ਸਤਿਗੁਰੂ ਮਹਾਰਾਜ ਨੇ ਸਿੱਖੀ ਨੂੰ ਇਉਂ ਸ਼ੁਰੂ ਕੀਤਾ। ਅੱਜ ਕਿਸੇ ਨੂੰ ਕਹਿੰਦੇ ਨੇ ਨਾ ਸਨਾਸ ਹੀ ਨਹੀਂ ਇਸ ਗੱਲ ਦਾ। ਮਹਾਰਾਜ ਨੇ ਇੰਨੀ ਮਿਹਨਤ ਕੀਤੀ, ਇੰਨੀ ਕੁਰਬਾਨੀ ਕੀਤੀ, ਘਰ-ਬਾਰ ਛੱਡਿਆ। ਨਹੀਂ ਕਿਹਦਾ ਜੀ ਕਰਦਾ ਆਪਦਾ ਪਰਿਵਾਰ ਛੱਡ ਕੇ ਜਾਵੇ। ਦੇਖੋ ਨਿਆਣੇ ਕਿੱਥੇ ਚਲੇ ਗਏ। ਇੱਕ ਬੇਬੇ ਨਾਨਕੀ ਕੋਲ ਬਾਬਾ ਸ਼੍ਰੀ ਚੰਦ ਜੀ, ਇੱਕ ਪਾਸੇ ਲక్ష్ਮੀ ਦਾਸ ਜੀ, ਤੋ ਮਾਤਾ ਸੁਲੱਖਣੀ ਜੀ ਚਲੇ ਗਏ, ਘਰ ਦੇ ਲੜਕੇ ਲੈ ਗਏ। ਔਰ ਇਹਦੇ ਮਾਤਾ ਪਿਤਾ ਆਪਦੇ ਬੜੇ ਤੰਗ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਜਿਹੜਾ ਹੁੰਦਾ, ਰੋਟੀ ਦੇ ਉੱਤੇ ਲੂਣ ਰੱਖ ਕੇ ਖਾਣਾ ਸਿੱਖੇ ਤੇ ਠੰਡਾ ਪਾਣੀ ਪੀ ਕੇ ਗੁਜ਼ਾਰਾ ਕਰੇ, ਤਾਂ ਸਿੱਖੀ ਦਾ ਪ੍ਰਚਾਰ ਹੁੰਦਾ। ਸੰਗ ਰਹਿਣ ਮਮ ਤੋ ਬਨੈ ਕਰੀਏ ਔਰ ਪਰਵਾਨ। ਮੇਰੇ ਨਾਲ ਤਾਂ ਤੇਰਾ ਰਹਿਣਾ ਬਣੇਗਾ। ਤੇ ਮਨ ਦੇ ਅੰਦਰ ਇਹ ਗੱਲ ਪ੍ਰਵਾਨ ਕਰੇਗਾ ਨਾ ਵੀ ਹਾਂ ਜੀ ਮੈਂ ਭੁੱਖਾ ਵੀ ਰਹੂੰ, ਕੱਪੜੇ ਤੋਂ ਬਿਨਾਂ ਵੀ, ਜਿਵੇਂ ਉੱਤੇ ਚਾਦਰ ਵਗੈਰਾ ਕਿਤੇ ਨਹੀਂ ਮਿਲਦੀ, ਕਿਤੇ ਬਹੁਤ ਔਖਾ ਹੁੰਦਾ ਨਾਲ ਜਾਣਾ, ਕਈ ਥਾਈਂ ਨਹੀਂ ਵੀ ਕਈ ਚੀਜ਼ਾਂ ਮਿਲਦੀਆਂ। ਜੋ ਭਾਈ ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੂਕੀ। ਨਹੀਂ ਮਹਾਰਾਜ, ਮੇਰੇ ਮਨ 'ਚ ਕੋਈ ਤ੍ਰਿਸ਼ਨਾ ਨਹੀਂ। ਤੁਹਾਡੇ ਦਰਸ਼ਨ ਕਰਕੇ, ਤੁਹਾਡੀ ਕਿਰਪਾ ਨਾਲ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ। ਆਨ ਜਾਣ ਕੀ ਆਸਾ ਚੂਕੀ। ਮਹਾਰਾਜ ਮੇਰੀ ਆਉਣ ਜਾਣ ਦੀ ਸਭ ਆਸਾ ਖਤਮ ਹੋ ਗਈ ਹੈ। ਤੁਮ ਸਮਾਨ ਕੋ ਨਜ਼ਰ ਨਾ ਆਵੇ। ਮਹਾਰਾਜ ਦੀ ਕਿਰਪਾ ਹੀ ਐਸੀ ਹੋ ਗਈ ਕਿ ਉਹਨਾਂ ਵਰਗਾ ਦੁਨੀਆ 'ਚ ਤਿੰਨਾਂ ਲੋਕਾਂ 'ਚ ਕੋਈ ਨਜ਼ਰ ਹੀ ਨਹੀਂ ਆ ਰਿਹਾ। ਦਿਨ ਕਰ ਪਿਖ ਖਦ ਜੋਤ ਨਾ ਭਾਵੈ। ਇਸ ਕਰਕੇ ਜਿਨ੍ਹਾਂ ਨੇ ਸੂਰਜ ਦੇਖਿਆ ਉਹਨੂੰ ਟਟਿਆਣਾ ਕਿੱਥੇ ਚੰਗਾ ਲੱਗਦਾ। ਜਿਹਨੇ ਗੁਰੂ ਨਾਨਕ ਦੇਵ ਦੇ ਦਰਸ਼ਨ ਕਰ ਲਏ ਉਹਨੂੰ ਹੋਰ ਕਿਹੜੀ ਚੀਜ਼ ਚੰਗੀ ਲੱਗ ਸਕਦੀ ਹੈ। ਰਹਾ ਸੰਗ ਮੈਂ ਮਨ ਮਹਿ ਠਾਨੀ। ਮਨ ਦੇ ਵਿੱਚ ਇਹ ਗੱਲ ਮਹਾਰਾਜ ਮੈਂ ਪੱਕੀ ਕਰ ਲਈ, ਮੈਂ ਤੁਹਾਡਾ ਕੀਰਤਨੀਆ ਬਣ ਕੇ ਤੁਹਾਡੇ ਨਾਲ ਰਹਾਂਗਾ, ਹਮੇਸ਼ਾ ਜਿੱਥੇ ਲੈ ਕੇ ਜਾਓਗੇ ਚੱਲਾਂਗਾ। ਸੁਣ ਸ੍ਰੀ ਗੁਰ ਬੋਲੇ ਮ੍ਰਿਦ ਬਾਣੀ। ਸੁਣ ਕੇ ਗੁਰੂ ਨਾਨਕ ਦੇਵ ਜੀ ਤਾਂ ਪਰਖਦੇ ਹੀ ਸੀ, ਬੜੀ ਕੋਮਲ ਬਾਣੀ ਬੋਲੇ। ਜਾਹੋ ਰਬਾਬ ਨਗਰ ਤੇ ਲਿਆਵਹੁ। ਜਾ ਮਰਦਾਨਾ ਫਿਰ ਰਬਾਬ ਲੈ ਕੇ ਆਓ ਨਗਰ ਤੋਂ, ਤੈਨੂੰ ਦੱਸਦੇ ਆ ਉੱਥੇ ਜਾ। ਫਿਰ ਹੁਣ ਫਿਰ ਹ ਸੁੰਦਰ ਆਨ ਬਜਾਵਹੁ। ਬੜੀ ਸੁੰਦਰ ਰਬਾਬ ਹੈ, ਦੇਖ ਕਰਕੇ ਸੋਹਣੀ ਰਬਾਬ ਲਿਆ ਤੇ ਬਜਾ। ਸੁਣ ਪ੍ਰਭ ਜੀ ਮੈਂ ਕਬਹਿ ਨਾ ਗਾਇਆ। ਮਹਾਰਾਜ ਮੈਂ ਤਾਂ ਉੱਥੇ ਕਦੇ ਗਿਆ ਨਹੀਂ, ਕਿੱਥੇ ਜਾਣਾ ਹੈ। ਨਹਿ ਕੋ ਬਾਦਤ ਹਾਥ ਬਜਾਇਆ। ਮੈਂ ਤਾਂ ਕੋਈ ਵਾਜਾ, ਕੋਈ ਤੰਤੀ ਸਾਜ਼, ਕੋਈ ਕੁਛ ਹੱਥੀਂ ਕਦੇ ਵਜਾਇਆ ਹੀ ਨਹੀਂ ਹੈ। ਕੇਤਕ ਬਾਸਰ ਮਹਿ ਸਿੱਖ ਲਿਉ। ਪਰ ਇਹ ਆ ਕਿ ਮਹਾਰਾਜ ਮੈਂ ਕਿੰਨੇ ਕੁ ਦਿਨਾਂ ਵਿੱਚ ਸਾਰੀਆਂ ਚੀਜ਼ਾਂ ਸਿੱਖ ਲਵਾਂਗਾ। ਗਾਵਨ ਬਹੁਰ ਬਜਾਵਨ ਭੇਉ। ਮਹਾਰਾਜ ਜੀ ਫਿਰ ਮੈਂ ਗਾਵਾਂਗਾ, ਬਜਾਵਾਂਗਾ, ਇਹਨਾਂ ਦਾ ਭੇਦ ਪ੍ਰਾਪਤ ਕਰਾਂਗਾ ਸੁਰਾਂ ਦਾ। ਸ੍ਰੀ ਨਾਨਕ ਬੋਲੇ ਮਨ ਭਾਵਨ। ਮਨ ਨੂੰ ਭਾਉਣ ਵਾਲੇ ਗੁਰੂ ਨਾਨਕ ਦੇਵ ਜੀ ਬੋਲੇ। ਗੁਣ ਗਾਵਨ ਦਿਓ ਬਹੁਰ ਬਜਾਵਨ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਫਿਰ ਗੁਣ ਗਾਉਣੇ ਤੇ ਫਿਰ ਵਜਾਉਣਾ ਸਭ ਕੁਝ ਦੇ ਦਿੱਤਾ ਹੈ। ਸੋ ਲੈ ਕਰ ਤੈਂ ਕੈਸੇ ਕੀਨੋ। ਸੋ ਲੈ ਕਰਕੇ ਇਸ ਤੋਂ ਪਹਿਲਾਂ ਤੂੰ ਕਿਵੇਂ ਕੀਤਾ ਸੀ। ਪੂਰਵ ਆਏ ਜੋ ਹਮ ਤੇ ਲੀਨੋ। ਪਹਿਲਾਂ ਹੀ ਆ ਕਰਕੇ ਜਿਹੜਾ ਸਾਡੇ ਤੋਂ ਲੈ ਲਿਆ ਸੀ। ਸੁਨ ਕਰਨਾ ਨਿਧ ਜੋ ਤੁਮ ਦੀਨੋ। ਸੁਣੋ ਕਿਰਪਾ ਦੇ ਖਜ਼ਾਨੇ ਜੀ, ਜੋ ਤੁਸੀਂ ਮੈਨੂੰ ਬਖਸ਼ਿਆ ਸੀ। ਸੋ ਤੋ ਮੈਂ ਕਿਤ ਖਰਚਨ ਕੀਨੋ। ਮਹਾਰਾਜ ਉਹ ਤਾਂ ਪੈਸੇ ਮੈਂ ਕਿਤੇ ਖਰਚ ਦਿੱਤੇ ਜਿਹੜੇ ਤੁਸੀਂ ਮੈਨੂੰ ਪਹਿਲਾਂ ਦਿੱਤੇ ਸਨ। ਸ੍ਰੀ ਗੁਰ ਭਨੈ ਨਾ ਬਚਮਨ ਹਟਾਵਹੁ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਇੱਕ ਗੱਲ ਇਹ ਯਾਦ ਰੱਖ ਲੈ, ਜਿਹੜਾ ਬਚਨ ਅਸੀਂ ਕਰ ਦਈਏ ਨਾ ਉਹਦੇ ਤੋਂ ਫਿਰਨਾ ਨਹੀਂ ਕਦੇ। ਸਤ ਬਚਨ ਤੋਂ ਇੱਧਰ ਉੱਧਰ ਨਹੀਂ ਜਾਣਾ, ਹਮੇਸ਼ਾ ਕਹਿਣਾ ਸਤ ਬਚਨ। ਜੇ ਕਹੀਏ ਵੀ ਇੱਥੇ ਖੜਾ ਰਹਿ ਖੜਨਾ, ਜੇ ਕਹੀਏ ਬਹਿ ਜਾ ਬੈਠਣਾ। ਇਹ ਗੁਰੂ ਦੇ ਨਾਲ ਜੋ ਰਹਿਣਾ ਹੋਵੇ ਸਤ ਬਚਨ ਕਹਿ ਕੇ ਹੀ ਸਾਰਨਾ, ਸਤ ਬਚਨ ਕਹਿ ਕੇ ਜੀਵਨ ਬਤੀਤ ਕਰਨਾ ਹੁੰਦਾ ਆਪਣਾ। ਪੁਰਤੇ ਆਨ ਰਬਾਬ ਬਜਾਵਹੁ। ਸੋ ਪੂਰੀ ਤੋਂ ਲਿਆ ਕੇ ਨਾ ਹੁਣ ਰਬਾਬ ਜਿਹੜੀ ਆ ਵਜਾਉਣਾ ਕਰੋ। ਸੁਨ ਤੋ ਉਠਿਓ ਤੂਰਨ ਮਰਦਾਨਾ। ਭਾਈ ਮਰਦਾਨਾ ਜੀ ਛੇਤੀ ਦੇ ਨਾਲ ਉੱਠੇ। ਭੋਜਨ ਹਿਤਗਾਪੁਰ ਸੁਲਤਾਨਾ। ਸੁਲਤਾਨਪੁਰ ਸਾਹਿਬ ਜਾ ਕੇ ਜਿਹੜੀ ਸੀ ਖੋਜਣਾ ਕੀਤੀ ਹੈ ਉਸ ਵਕਤ ਰਬਾਬ। ਢਾਡੀ ਗਾਵ ਹੈ ਅਗਰ ਪਠਾਨਾ। ਸੋ ਇਸ ਕਰਕੇ ਉਹ ਜਿਹੜੇ ਗਾਉਂਦੇ ਸਨ ਉੱਥੇ ਪਠਾਣਾ ਦੇ ਅੱਗੇ ਢਾਡੀ। ਫੇਰ ਤਬੈਸ ਗਇਓ ਤਿਹ ਥਾਨਾ। ਦੇਖ ਕਰਕੇ ਉਸ ਥਾਂ ਦੇ ਉੱਤੇ ਬੈਠ ਗਿਆ। ਦੋਹਰਾ ਜਾ ਪਠਾਨ ਨਿਜ ਘਰ ਗਇਓ ਮਰਦਾਨਾ ਬਚ ਪ੍ਰਾਹੇ। ਜਦੋਂ ਪਠਾਨ ਆਪਣੇ ਘਰ ਗਿਆ ਤਾਂ ਭਾਈ ਮਰਦਾਨਾ ਨੇ ਬਚਨ ਕਿਹਾ, ਸੁਭ ਨਰ ਏਕ ਹਕਾਰਈ ਚਲ ਢਾਡੀ ਤਿਸ ਪਾਹੇ। ਇੱਕ ਚੰਗਾ ਬੰਦਾ ਸਾਦਾ ਹੈ, ਚੱਲ ਢਾਡੀ ਉਸ ਦੇ ਕੋਲ ਚੱਲ। ਚੌਪਾਈ ਲੈ ਕਰ ਸੰਗ ਤਿਸੈ ਤਤਕਾਲਾ। ਲੈ ਕਰਕੇ ਉਸ ਵਕਤ ਤਤਕਾਲ ਹੀ ਉੱਥੇ ਆਏ ਵੈਸੇ ਜਹਾਂ ਕਿਰਪਾਲਾ। ਜਿੱਥੇ ਕਿਰਪਾਲੂ ਸਤਿਗੁਰੂ ਜੀ ਬੈਠੇ ਸੀ ਉਹ ਜਾ ਕੇ ਕਹਿੰਦਾ ਇੱਕ ਚੰਗਾ ਬੰਦਾ ਹੈ, ਉਹ ਤੈਨੂੰ ਬੁਲਾਉਂਦਾ। ਢਾਡੀ ਨੂੰ ਕਹਿੰਦਾ
ਫਿਰ ਉੱਥੇ ਮਹਾਰਾਜ ਜੀ ਕੋਲ ਲਿਆਇਆ। ਲਗੀ ਸਮਾਧ ਨੈਣ ਅਨ ਖੁੱਲੇ, ਸੋ ਅਣਖੁੱਲੇ ਨੈਣ ਨੇ ਸਮਾਧੀ ਲੱਗੀ ਹੋਈ ਹੈ। ਦੇਵਤਾ ਰੂਪ ਦੁੱਤ ਦੁਖ ਦਲ ਮਲੇ, ਐਸਾ ਸੁੰਦਰ ਪ੍ਰਕਾਸ਼ਮਾਨ ਕ੍ਰਾਂਤੀ ਵਾਲਾ ਸਰੂਪ, ਦੁੱਖਾਂ ਦੇ ਸਮੂਹ ਨੂੰ ਮਲਣ ਵਾਲਾ ਸਰੂਪ ਹੈ ਗੁਰੂ ਨਾਨਕ ਦਾ ਦਰਸ਼ਨ। ਲੈ ਰਬਾਬ ਢਾਡੀ ਕਰ ਮਾਹੀ, ਲੈ ਕਰਕੇ ਰਬਾਬ ਜੋ ਢਾਡੀ ਹੱਥ ਵਿੱਚ, ਤਾਰ ਬਜਾਏ ਰਾਗ ਸੁਰ ਪ੍ਰਾਹੀ, ਉਸ ਵਕਤ ਉਹ ਤੰਤੀ ਸਾਜ ਨੂੰ ਵਜਾਇਆ ਤੇ ਸੁਰ ਕੀਤੀ ਰਬਾਬ। ਸੁਨਤ ਬਿਲੋਚਨ ਪੰਕਜ ਬਿਗਸੇ, ਉਸ ਵਕਤ ਗੁਰੂ ਨਾਨਕ ਦੇ ਮਹਾਰਾਜ ਦੇ ਨੇਤਰ ਖਿੜੇ। ਭਜਨ ਆਸ ਗੁਰ ਬਾਰ ਨਰ ਧਿਕਸੇ, ਸੋ ਸ੍ਰੇਸ਼ਟ ਗੁਰੂ ਨੂੰ, ਸੱਚੇ ਪਾਤਸ਼ਾਹ ਨੂੰ ਜਿਹੜਾ ਇਹੋ ਜਿਹਾ ਨਹੀਂ ਭਜਦਾ, ਸੋ ਉਹਨਾਂ ਨੂੰ ਧਰਕਾਰ ਹੈ ਜਿਹੜਾ ਉਹਨਾਂ ਦਾ ਭਜਨ ਨਹੀਂ ਕਰਦਾ। ਬਨ ਹੈ ਬਚਨ ਤੂੰ ਲੈ ਮਰਦਾਨਾ, ਬਚਨ ਕਹਿਣ ਲੱਗੇ ਮਰਦਾਨਾ ਤੂੰ ਲੈ ਲਾ, ਤਾਰ ਬਜਾਵੋ ਰਾਗ ਨਿਧਾਨਾ, ਤੂੰ ਹੁਣ ਜਿਹੜੀ ਇਹ ਤੰਤੀ ਸਾਜ ਹੈ ਰਾਗ ਦੇ ਖਜ਼ਾਨੇ ਨੂੰ ਵਜਾਉਣਾ ਕਰ। ਆਏ ਸਮਨ ਪਾਨ ਮਹਿਲੀਨਾ, ਆਗਿਆ ਮੰਨ ਕਰਕੇ ਪਾਨ ਤੋਂ ਭਾਵ ਕਰ ਕਮਲਾਂ ਵਿੱਚ ਫਕੜ ਲਈ। ਕਰ ਸੁਰ ਤਾਰ ਬਜਾਵਨ ਕੀਨਾ, ਅੱਛੀ ਤਰ੍ਹਾਂ ਸੁਰ ਤਾਰ ਕਰਕੇ ਵਜਾਉਣਾ ਕੀਤਾ ਹੈ। ਦੋਹਰਾ ਸੁਨ ਬਨ ਕੇ ਬ੍ਰਿਖ ਤਿਤ ਸਮੈ, ਚੂਵਨ ਰਸ ਵੱਡ ਲਾਗ, ਉਸ ਵਕਤ ਜਿਹੜੇ ਜੰਗਲ ਦੇ ਵਿੱਚ ਦਰਖਤ ਸਨ ਉਹਨਾਂ ਵਿੱਚੋਂ ਵੀ ਰਸ ਚੋਣ ਲੱਗ ਪਿਆ। ਵਰਨ ਵਰਨ ਬਰ ਵਿਹਗਸੇ, ਉਮਗਿਓ ਤੈਨ ਅਨੁਰਾਗ, ਰੰਗ ਰੰਗ ਦੇ ਉਸ ਵਕਤ ਜਿਹੜੇ ਪੰਛੀ ਸਨ ਉਹ ਵੀ ਉਮਗਿਓ ਤੋਂ ਭਾਵ ਬਹੁਤ ਉਸ ਵਕਤ ਛਾਲਾਂ ਮਾਰਨ ਲੱਗੇ, ਖੁਸ਼ ਹੋ ਗਏ, ਬਹੁਤਾ ਪਿਆਰ ਜਾਗ ਪਿਆ ਉਹਨਾਂ ਵਿੱਚ। ਚੌਪਈ ਤੀਰ ਸਮੀਰ ਰਹੀ ਫਿਰ ਹੋਈ, ਜਿਹੜੀ ਹਵਾ ਚੱਲਦੀ ਸੀ ਉਹ ਵੀ ਖੜੋ ਗਈ ਗੁਰੂ ਨਾਨਕ ਸਾਹਿਬ ਦੇ ਕੀਰਤਨ ਕਰਨ ਨਾਲ। ਸੁਣੀ ਤਾਨ ਮੋਹੇ ਸਭ ਕੋਈ, ਜਿਹਨੇ ਵੀ ਉਹ ਤਾਨ ਸੁਣੀ ਗੁਰੂ ਨਾਨਕ ਦੇਵ ਜੀ ਦੀ, ਸਾਰੇ ਖਿੱਚੇ ਗਏ, ਚਾਹੇ ਉਹ ਦਰਖਤ ਸੀ, ਪੰਛੀ ਸੀ, ਕੋਈ ਵੀ ਸੀ। ਹਵਾ ਵੀ ਖੜੋ ਗਈ। ਪਰਮੇਸ਼ਰ ਬੋਲ ਰਿਹਾ। ਪਰਮੇਸ਼ਰ ਨੇ ਸਿਰਫ ਓੰਕਾਰ ਕਹਿ ਕੇ ਸ੍ਰਿਸ਼ਟੀ ਰਚੀ ਆ। ਜੇ ਪਰਮੇਸ਼ਰ ਕੀਰਤਨ ਕਰਦਾ ਤਾਂ ਫਿਰ ਕੀ ਹੋਵੇਗਾ? ਜਿਹ ਤੇ ਜੜ ਚੇਤਨ ਹੋਇ ਗਏ। ਸੋ ਜਿਸ ਕਰਕੇ ਜਿਹੜੇ ਜੜ ਸੀ, ਇੱਕ ਜਗ੍ਹਾ ਟਿਕੇ ਰਹਿਣ ਵਾਲੇ ਦਰਖਤ ਆਦਿਕ ਸੀ, ਹੋਰ ਚੀਜ਼ਾਂ, ਉਹ ਚੇਤਨ ਹੋ ਗਏ। ਸਾਰਿਆਂ ਵਿੱਚ ਹਿੱਲਣ ਜੁਲਣ ਦੀ ਤਾਕਤ ਆ ਗਈ। ਜੇ ਚੇਤਨ ਸੇ ਜੜਵਤ ਭਏ। ਜਿਹੜੇ ਹਿੱਲਣ ਜੁਲਣ ਵਾਲੇ ਸੀ ਉਹ ਇੱਕਦਮ ਜੜਵਤ ਹੋ ਗਏ, ਭਾਵ ਜਿਵੇਂ ਪੱਥਰ ਪਿਆ ਹੁੰਦਾ। ਐਸੀਆਂ ਸਮਾਧੀਆਂ ਲਵਾਤੀਆਂ ਸਭ ਦੀਆਂ। ਬਨ ਤੇ ਮ੍ਰਿਗ ਆਏ ਪੇ ਠਾਂਡੇ। ਜੰਗਲ ਵਿੱਚੋਂ ਮ੍ਰਿਗ ਜਿਹੜੇ ਸੀ ਉਹ ਆ ਕਰਕੇ ਖੜੇ ਹੋ ਗਏ ਉੱਥੇ। ਆਤਮ ਮਨ ਮਹਿ ਅਨੁਰਾਗ ਹੈ ਬਾਡੇ। ਉਹਨਾਂ ਦੇ ਮਨ ਦੇ ਅੰਦਰ ਵੀ ਪ੍ਰੇਮ ਵੱਧ ਗਿਆ। ਐਸੀ ਮਿਠਾਸ ਭਰੀ ਆਵਾਜ਼ ਹੈ ਬਾਬੇ ਦੀ। ਸੋ ਢਾਡੀ ਸੁਨ ਬਿਸਮੈ ਭਇਓ। ਸੋ ਉਸ ਵਕਤ ਢਾਡੀ ਜਿਹੜਾ ਆਇਆ ਸੀ ਉੱਥੇ ਮਹਾਰਾਜ ਦੇ ਕੋਲੇ, ਉਹ ਸੁਣ ਕੇ ਹੈਰਾਨ ਹੋ ਗਿਆ। ਉਹਦੀ ਵੀ ਸਮਾਧੀ ਲੱਗ ਗਈ ਵੀ ਸੱਚੇ ਪਾਤਸ਼ਾਹ ਦੀ ਇਤਨੀ ਮਿਠਾਸ ਭਰੀ ਸੁੰਦਰ ਆਵਾਜ਼ ਹੈ। ਬਿਸਰੇ ਪਾਨ ਹੈ ਤੇ ਹਿਸ਼ਨ ਗਇਓ। ਉਸ ਵਕਤ ਉਹ ਢਾਡੀ ਜਿਹੜਾ ਆਇਆ ਸੀ ਉਹ ਆਪਣਾ ਆਪ ਹੀ ਭੁੱਲ ਗਿਆ, ਮੈਂ ਕੌਣ ਆ, ਕਿੱਥੇ ਬੈਠਾ। ਸਮਾਧੀ ਐਸੀ ਲੱਗ ਗਈ ਉਹਦੀ। ਕਿਤਨਕ ਚਿਰ ਪੇ ਬਚਨ ਬਖਾਨਾ। ਕਿੰਨੀ ਕੁ ਦੇਰ ਬੈਠੇ ਰਹੇ, ਸਮਾਧੀ ਨਾ ਖੁੱਲਦੀ। ਫਿਰ ਗੁਰੂ ਸਤਿਗੁਰੂ ਮਹਾਰਾਜ ਨੇ ਬਚਨ ਕਿਹਾ, ਵੱਡ ਗੁਣਵਾਨ ਨਾ ਤੋ ਸਮ ਆਨਾ। ਸੋ ਵੱਡ ਗੁਣਵਾਨ ਨਾ ਤੋ ਸਮ ਆਨਾ। ਤੁਹਾਡੇ ਵਰਗਾ ਹੋਰ ਕੋਈ ਗੁਣਵਾਨ ਨਹੀਂ ਹੈ। ਬਹੁਤ ਦੇਸ਼ ਢਾਡੀ ਮੈਂ ਦੇਖੇ। ਬਹੁਤ ਦੇਸ਼ਾਂ ਦੇ ਵਿੱਚ ਢਾਡੀ ਮੈਂ ਦੇਖੇ ਹਨ ਬਹੁਤ। ਅਸ ਗੁਣ ਕਿਹ ਮੈਂ ਨਹੀਂ ਬਸੇਖੇ। ਪਰ ਇਹੋ ਜਿਹਾ ਗੁਣ ਨਹੀਂ ਕਿਸੇ ਵਿੱਚ ਅੱਜ ਤੱਕ ਦੇਖਿਆ। ਦੋਹਰਾ ਸ੍ਰੀ ਨਾਨਕ ਬੋਲੇ ਬਹੁਰ ਕਹੋ ਮਰਦਾਨਾ ਬੈਨ। ਧੰਨ ਗੁਰੂ ਨਾਨਕ ਦੇਵ ਜੀ ਫਿਰ ਬੋਲੇ, ਭਾਈ ਮਰਦਾਨਾ ਬਚਨ ਕਹੋ। ਕੈਸੋ ਗੁਣ ਮਾਨਿਆ ਮਨ ਗਾਵਨ ਤਾਰ ਬਜੈਨ। ਕਿਵੇਂ ਤੇਰਾ ਮਨ ਮੰਨਦਾ? ਆ ਜਿਹੜਾ ਵਜਾਉਣਾ, ਇਹ ਜਿਹੜੀ ਸੁਰ ਤਾਰ ਕਰਕੇ ਇਹਨੇ ਵਜਾਈ ਲੈ ਦੇ ਵਿੱਚ ਚੀਜ਼, ਤੇਰਾ ਮਨ ਮੰਨਦਾ ਹੈ ਵਜਾਉਣ ਵਾਸਤੇ? ਚੌਪਈ ਸੁਨਹੁ ਪ੍ਰਭੂ ਆਨਣ ਇੱਕ ਮੇਰੋ। ਮਹਾਰਾਜ ਸੱਚੇ ਪਾਤਸ਼ਾਹ ਇੱਕ ਮੇਰੇ ਕੋਲੋਂ ਬਚਨ ਸੁਣ ਲਓ ਜੀ। ਕਿਹ ਵਿਦ ਸੁਜਸ ਵਖਾਨੋ ਤੇਰੋ। ਇਹ ਸੱਚੇ ਪਾਤਸ਼ਾਹ ਮੈਂ ਤੇਰਾ ਜਸ ਕਿਵੇਂ ਕਰਾਂ ਜੀ? ਪੂਰਨ ਪੁਰਖ ਕੇ ਆਪ ਖੁਦਾਏ। ਤੁਸੀਂ ਪੂਰਨ ਪੁਰਖ ਹੋ ਕੇ ਆਪ ਖੁਦਾ ਆਇਆ ਹੋਇਆ ਹੈ। ਜੇ ਬਚਤੇ ਮੁਝ ਅਸ ਗੁਣ ਆਏ। ਜਿਸ ਬਚਨ, ਇਹਨਾਂ ਦੇ ਬਚਨ ਕਰਕੇ ਮੈਨੂੰ ਕੀਰਤਨ ਆ ਗਿਆ। ਸਿਰਫ ਬਚਨਾਂ ਨਾਲ ਹੀ ਗੁਰੂ ਨਾਨਕ ਸਾਹਿਬ ਨੇ ਕੀਰਤਨ ਦੀ ਦਾਤ ਬਖਸ਼ਦੀ ਹੈ। ਗਾਏ ਨਾ ਕਬਹੁ ਤਾਰ ਬਜਾਇਆ। ਨਾ ਕਦੇ ਗਾਇਆ, ਨਾ ਤਾਰ ਬਜਾਇਆ। ਮੈਂ ਤਾਂ ਕੁਝ ਵੀ ਨਹੀਂ ਕੀਤਾ ਕਦੇ। ਅਬ ਹੈ ਅਚਾਨਕ ਗੁਣ ਮੈਂ ਪਾਇਆ। ਇਹ ਅਚਾਨਕ ਹੀ ਗੁਣ ਮੇਰੇ 'ਚ ਕਿਵੇਂ ਆ ਗਿਆ? ਇਹ ਤੁਹਾਡੀ ਬੜੀ ਕਿਰਪਾ ਹੋਈ ਹੈ। ਜਿਹਨੂੰ ਕੁਝ ਵੀ ਨਾ ਆਉਂਦਾ ਹੋਵੇ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਕਈ ਕਹਿਣਗੇ ਅਸੀਂ ਕੀਰਤਨ ਸਿੱਖਣਾ ਜਾਂ ਕੀਰਤਨ ਦੀ ਦਾਤ ਮਿਲੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਮੈਂ ਚਿਤਵੋਂ ਚਿਤਵਨੀ ਉਦਮ ਕਰੋ ਨੀਤ ਹਰ ਕੀਰਤਨ ਕਾਹਰੋ ਹਰ ਦੇਹੁ ਨਾਨਕ ਕੇ ਮੀਤ। ਸੋ ਮਹਾਂਪੁਰਖਾਂ ਨੇ ਬਹੁਤ ਵਾਰੀ ਕਿਹਾ ਕੀਰਤਨੀ ਸਿੰਘਾਂ ਨੂੰ ਬਹੁਤ ਰਸ ਲੈਣਾ ਜੇ ਕੀਰਤਨ ਦੇ ਵਿੱਚ, ਕੀਰਤਨ ਦੇ ਗਿਆਨ ਲੈਣ ਰਾਗਾਂ ਦਾ, ਫਿਰ ਰਾਗਮਾਲਾ ਦੇ 25 ਪਾਠ ਕਰਿਆ ਕਰੋ। ਬਹੁਤ ਸਿੰਘਾਂ ਨੂੰ ਪਾਠ ਕਰਾਉਂਦੇ ਹੁੰਦੇ ਸੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਰਾਗਮਾਲਾ ਪੜ੍ਹ ਕੇ ਬਹੁਤ ਕਿਰਪਾ ਹੁੰਦੀ ਹੈ। ਉਠਿਓ ਬੰਦ ਕਰ ਕੀਨੀ ਬੰਦਨਾ, ਦੋਵੇਂ ਹੱਥ ਜੋੜ ਕਰਕੇ ਉਸ ਵਕਤ ਮੱਥਾ ਟੇਕਿਆ। ਤਬ ਦਰਸ਼ਨ ਤ੍ਰੈ ਤਾਪ ਨਿਕੰਦਨਾ, ਤੁਹਾਡੇ ਦਰਸ਼ਨਾਂ ਨਾਲ ਮਹਾਰਾਜ ਤਿੰਨੇ ਪਾਪ ਕੱਟੇ ਗਏ। ਜਿਹ ਬਿਦ ਬਦਨਾ ਬਦਹੁ ਸੁਖ ਧਾਮਾ, ਇਹ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਜਿਵੇਂ ਆਪ ਮੁਖ ਵਿੱਚੋਂ ਬਚਨ ਕਹੋਗੇ, ਤਿਹ ਬਿਦ ਕਰਹੁ ਅਭੈ ਸੁਖ ਕਾਮਾ, ਉਸ ਤਰੀਕੇ ਦੇ ਨਾਲ ਹੀ ਮੈਂ ਬਚਨ ਕਰਾਂਗਾ ਜਿਹੜਾ ਕੰਮ ਸੁਖ ਦੇਵੇਗਾ ਮਨ ਨੂੰ। ਸੁਨ ਬੋਲੇ ਪ੍ਰਭ ਦੀਨ ਦਿਆਲਾ, ਦੀਨ ਦਿਆਲ ਸਤਿਗੁਰੂ ਬੋਲੇ ਬਚਨ। ਲੇਹੁ ਰਬਾਬ ਜੋ ਰਚਰ ਵਿਸਾਲਾ, ਸੁੰਦਰ ਇੱਕ ਰਬਾਬ ਲੈਣਾ ਕਰੋ ਸੋਹਣੀ। ਦੋਹਰਾ ਪ੍ਰਭ ਜੀ ਲੇਹੁ ਤੰਬੂਰ ਕੋ, ਸੁਭ ਆਵਾਜ਼ ਹੋਏ ਜਾਹੇ। ਮਹਾਰਾਜ ਜੀ ਤੰਬੂਰਾ ਲੈ ਲਈਏ ਜਿਹਦੀ ਆਵਾਜ਼ ਬੜੀ ਸੋਹਣੀ ਹੁੰਦੀ ਹੈ। ਸੁੰਦਰ ਹਰਬੋ ਭਾਰ ਮਹਿ, ਗਾਏ ਬਜਾਵੋ ਤਾਹੇ। ਮਹਾਰਾਜ ਜੀ ਉਹ ਸੁੰਦਰ ਵੀ ਹੁੰਦਾ, ਹਰਬੋ ਹੌਲਾ ਵੀ ਹੁੰਦਾ ਭਾਰ ਦੇ ਵਿੱਚ, ਤੇ ਮੈਂ ਗਾਵਾਂਗਾ ਬਜਾਵਾਂਗਾ। ਚੌਪਾਈ ਸ੍ਰੀ ਮੁਖ ਬੋਲੇ ਸੁਨ ਮਰਦਾਨਾ, ਸ਼੍ਰੋਮਣੀ ਮੁਖ ਵਿੱਚੋਂ ਗੁਰੂ ਸਾਹਿਬ ਬੋਲੇ ਸੁਣ ਪਈ ਮਰਦਾਨਾ। ਸੁਧੋ ਬਾਦਤ ਇਹ ਸੁਖ ਸਾਨਾ, ਇਹ ਬਹੁਤ ਸੌਖਾ ਜਿਹੜਾ ਨਾ, ਬਿਲਕੁਲ ਹੀ ਸਾਦਾ ਜਾ ਤੇ ਸਿੱਧਾ ਜਾ ਜਿਹੜਾ ਤੈਨੂੰ ਸਾਜ਼ ਦੱਸਿਆ, ਬੜਾ ਸੌਖਾ ਵਜਾਉਣਾ। ਅਪਰ ਜੇ ਇਹ ਮਿਲੇ ਚਤੁਰਾਈ, ਹੋਰ ਜਿਹੜੇ ਨੇ ਉਹ ਬੜੀ ਚਤੁਰਾਈ ਦੇ ਨਾਲ, ਸਿਆਣਪ ਦੇ ਨਾਲ ਚੀਜ਼ਾਂ ਵਜਾਉਣੀਆਂ ਹੁੰਦੀਆਂ ਹਨ। ਵਿਸ਼ੈ ਬਾਸਨਾ ਸੋ ਉਪਜਾਈ, ਬਹੁਤ ਸਾਰੀਆਂ ਚੀਜ਼ਾਂ ਵਿਸ਼ੇ ਬਾਸ਼ਨਾ ਵੀ ਪੈਦਾ ਕਰਦੀਆਂ ਨੇ। ਪ੍ਰਭ ਜੀ ਰਾਵਰ ਸੁਭਾਗ ਰਜਾਈ, ਮਹਾਰਾਜ ਜਿਵੇਂ ਆਪ ਦੀ ਸ਼ੁਭ ਆਗਿਆ ਹੋਵੇ ਜੀ ਉਸੇ ਤਰ੍ਹਾਂ ਹੀ ਕਰਾਂਗਾ। ਰੁਚੈ ਜੋ ਤੁਮ ਕੋ ਭਾਲ ਬਿਦ ਸਾਈ, ਮਹਾਰਾਜ ਸੱਚੇ ਪਾਤਸ਼ਾਹ ਜੀਓ ਉਹੀ ਕਰਾਂਗਾ ਜੋ ਤੁਹਾਨੂੰ ਭਾਉਂਦਾ ਹੈ। ਜੀਜੈ ਮੋਲ ਅਭੈ ਮੈਂ ਜਾਊ, ਤੋ ਕਿਰਪਾ ਕਰੋ ਮੈਨੂੰ ਮੋਲ ਹੁੰਦਾ ਪੈਸੇ ਦੇ ਦਿਓ, ਮੈਂ ਜਾ ਕੇ ਖਰੀਦ ਲਿਆਵਾਂ। ਖੋਜ ਰਬਾਬ ਨਗਰ ਤੇ ਲਿਆਊ, ਮੈਂ ਖੋਜ ਕਰਕੇ ਨਗਰ ਤੋਂ ਰਬਾਬ ਲੈ ਕੇ ਆਵਾਂਗਾ। ਸ੍ਰੀ ਗੁਰ ਕਹੈ ਜਾਚਨਾ ਜੋ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੰਗਣਾ ਜੋ ਹੈ ਸੋ ਮੰਗ ਲੈ। ਨਹਿ ਨੀਕੀ ਜਾਣ ਹੈ ਸਭ ਕੋ, ਚੰਗੀ ਗੱਲ ਨਹੀਂ ਕੋਈ ਜਾਣਦਾ। ਤਦਪ ਚਾਹੇ ਜਬ ਲਗ ਹੋਏ ਪ੍ਰਾਨੀ, ਜਿੰਨਾ ਚਿਰ ਚਾਹ ਹੁੰਦੀ ਪ੍ਰਾਣੀ ਨੂੰ ਭਾਵ ਇੱਛਾ ਹੁੰਦੀ ਹੈ। ਜਾਚਨ ਕਰਵਾਵਹਿ ਗੁਣ ਹਾਨੀ, ਇਹ ਜਿਹੜਾ ਮੰਗਣਾ ਨਾ ਇਹ ਬੰਦੇ ਦੇ ਗੁਣਾਂ ਨੂੰ ਖਰਾਬ ਕਰਦਾ, ਇਸ ਕਰਕੇ ਮੰਗਣਾ ਨਹੀਂ ਕਦੇ ਵੀ, ਇਹ ਧਿਆਨ ਰੱਖੀ। ਦੋਹਰਾ ਜਾਵਹੁ ਸੁਸਾ ਆਵਾਸ ਕੋ, ਮੁਲ ਰਬਾਬ ਕੇ ਹੇਤ। ਭੈਣ ਜੀ ਦੇ ਘਰ ਚਲੇ ਜਾ ਬੇਬੇ ਨਾਨਕੀ ਜੀ ਦੇ ਪਾਸ, ਉੱਥੋਂ ਜਿਹੜੇ ਰਬਾਬ ਦੇ ਪੈਸੇ ਜਿੰਨੇ ਕੁ ਲੈਣੇ ਆ ਉਹ ਜਾ ਕੇ ਲੈ ਕੇ ਫਿਰ ਅੱਗੇ ਜਾਈ। ਸੁਨ ਗਾਵਨਿਓ ਗ੍ਰਹਿ ਨਾਨਕੀ, ਤਜ ਬੇਦੀ ਕੁਲ ਕੇਤ। ਉਸ ਵਕਤ ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕਰਕੇ ਬੇਦੀ ਕੁਲਕੇਤ, ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਮਹਾਰਾਜ ਦੇ ਭਾਵ ਘਰ ਬੇਬੇ ਨਾਨਕੀ ਜੀ ਦੇ ਪਾਸ ਗਏ ਨੇ। ਸੋਰਠਾ ਸੋ ਢਾਡੀ ਕਹਿ ਬੈਨ, ਲੀਜੈ ਇਹੋ ਰਬਾਬ ਤੁਮ। ਉਹ ਢਾਡੀ ਕਹਿਣ ਲੱਗਿਆ ਮਹਾਰਾਜ ਆਹੀ ਰਬਾਬ ਲੈ ਲਓ, ਜਿਹੜੀ ਇੰਨੀ ਦੂਰ ਇਹਨੇ ਲੈਣ ਜਾਣਾ, ਕਾਹਦੇ ਲਈ ਜਾਣਾ ਹੈ। ਬੋਲੇ ਕਰੁਣਾ ਐਨ, ਪਹੁੰਚੋ ਹਮ ਨਿਜ ਨਿਕਟ ਰੱਖ। ਮਹਾਰਾਜ ਕਹਿੰਦੇ ਆ ਗਈ, ਬਸ ਤੇਰੀ ਰਬਾਬ ਸਾਨੂੰ ਆ ਗਈ, ਤੂੰ ਆਪਣੇ ਕੋਲ ਰੱਖ। ਤੇਰੀ ਸੇਵਾ ਇਹ ਜਿਹੜੀ ਤੂੰ ਭਾਵਨਾ ਦਿਖਾਈ ਆ ਇਹਦਾ ਤੈਨੂੰ ਫਲ ਮਿਲੇਗਾ, ਪਰ ਅਸੀਂ ਇਹ ਨਹੀਂ ਲੈਣੀ ਹੈ। ਸੋਰਠਾ ਦਇਆ ਦ੍ਰਿਸ਼ਟ ਕੋ ਦੇਖ, ਦੁਰਮਤ ਦੁਖ ਦ੍ਰਸ ਦੂਰ ਕੀਏ। ਮਹਾਰਾਜ ਨੇ ਉਹਦੀ ਭਾਵਨਾ ਨੂੰ ਦੇਖ ਕੇ ਉਹਦੇ ਨਾਲ ਵੱਲ ਦਇਆ ਦ੍ਰਿਸ਼ਟੀ ਨਾਲ ਤੱਕ ਕੇ ਛੇਤੀ ਉਹਦਾ ਗਿਆਨ ਦੂਰ ਕਰ ਦਿੱਤਾ ਹੈ। ਹਰਖ ਬਸੇਖ ਪਰੇਖ, ਲਖ ਅਲੇਖ ਨੈ ਵੇਖ ਲੀਏ। ਉਸ ਵਕਤ ਆਪਣੀ ਦੁਰਮਤ ਦੂਰ ਹੋਈ ਪਰਖ ਕੇ ਉਹ ਬੰਦਾ ਬਹੁਤ ਖੁਸ਼ ਹੋਇਆ। ਗੁਰੂ ਨਾਨਕ ਦੇਵ ਜੀ ਨੇ ਇਹ ਪਹਿਲੀ ਕਿਰਪਾ ਕਰ ਦਿੱਤੀ ਉਹਦੇ ਉੱਤੇ। ਚੌਪਈ ਸਦਨ ਜਾਏ ਭਾਗਤ ਮਰਦਾਨਾ, ਜਦੋਂ ਇਹ ਚੀਜ਼ ਦੇਖੀ ਉਸਨੇ ਲੱਖ ਅਲੱਖ ਨਾ ਵੇਖ ਲਿਓ। ਕਹਿੰਦੇ ਇਹ ਤਾਂ ਅਲੱਖ ਪਰਮੇਸ਼ਰ ਨੇ ਆਪਣਾ ਭੇਸ ਧਾਰਿਆ ਹੋਇਆ। ਇਸ ਤਰ੍ਹਾਂ ਉਹ ਬੰਦਾ ਨਿਹਾਲ ਕਰਤਾ। ਚੌਪੀ ਚੋਂ ਉਚਾਰਦੇ ਨੇ ਘਰ ਜਾ ਕੇ ਭਾਈ ਮਰਦਾਨਾ ਨੇ ਬਚਨ ਕੀਤਾ। ਤਬ ਭਰਾਤਾ ਇੱਕ ਸਵਾਲ ਬਖਾਨਾ, ਸੋ ਬੇਬੇ ਨਾਨਕ ਜੀ ਨੂੰ ਕਹਿਣ ਲੱਗਿਆ ਜੀ ਤੁਹਾਡੇ ਭਰਾ ਜੀ ਨੇ ਇੱਕ ਸਵਾਲ ਪਾਇਆ ਹੈ। ਸੁਨ ਹਰਖੀ ਆਨਣ ਬਚ ਭਨਿਆ। ਬੇਬੇ ਨਾਨਕੀ ਸੁਣ ਕੇ ਮੁਖ ਵਿੱਚੋਂ ਬਚਨ ਕਹਿਣ ਲੱਗੇ ਆਜ ਜਨਮ ਸਫਲਾ ਗਨਿਆ। ਅੱਜ ਮੇਰਾ ਜਨਮ ਸਫਲਾ ਹੋ ਗਿਆ ਹੈ। ਧਨ ਭਾਗ ਮੈਂ ਆਪਣਾ ਜਾਨਾ। ਮੈਂ ਆਪਣੇ ਧਨ ਭਾਗ ਸਮਝਦੀ ਹਾਂ। ਕਰਹੁ ਨਿਸੰਗ ਸਵਾਲ ਮਰਦਾਨਾ। ਨਿਸੰਗ ਹੋ ਕੇ ਭਾਈ ਮਰਦਾਨਾ ਸਵਾਲ ਕਰ।
ਕਰ। ਮੁਝੈ ਨ ਜਾਣੈ ਦੀਨ ਅਵਾਸੂ, ਮੈਨੂੰ ਘਰ ਨਹੀਂ ਜਾਣ ਦਿੱਤਾ ਹੁਣ ਗੁਰੂ ਨਾਨਕ ਦੇਵ ਜੀ ਨੇ ਵਾਪਸ। ਕਰ ਅਭਿਲਾਖ ਰਖਿਓ ਨਿਜ ਪਾਸੂ, ਉਹਨਾਂ ਨੇ ਅਭਿਲਾਖਾ ਕਰਕੇ ਇੱਛਾ ਕਰਕੇ ਮੈਨੂੰ ਕੋਲ ਰੱਖ ਲਿਆ ਹੈ। ਅਬ ਹੈ ਰਬਾਬ ਖਰੀਦਣ ਭੇਜਾ, ਹੁਣ ਮੈਨੂੰ ਉਹਨਾਂ ਨੇ ਰਬਾਬ ਖਰੀਦਣ ਲਈ ਭੇਜਿਆ ਹੈ। ਕਹਿਓ ਮੋਲ ਭਗਨੀ ਤੇ ਲੈ ਜਾ, ਮੈਨੂੰ ਕਹਿੰਦੇ ਭੈਣ ਜੀ ਕੋਲੋਂ ਪੈਸੇ ਲੈ ਜਾ ਘਰੋਂ ਜਾ ਕੇ। ਭਨਤ ਨਾਨਕੀ ਭਲਾ ਭਇਓ ਹੈ, ਬੇਬੇ ਨਾਨਕੀ ਕਹਿੰਦੇ ਚੱਲ ਸ਼ੁਕਰ ਹੈ ਬਹੁਤ ਚੰਗਾ ਹੋ ਗਿਆ ਇਹ। ਜੇ ਤੂੰ ਭਰਾਤਾ ਨਿਕਟ ਰਹਿਓ ਹੈ, ਚੱਲ ਚੰਗਾ ਮੇਰੇ ਭਰਾ ਦੇ ਕੋਲ ਜਾ ਕੇ ਰਿਹਾ ਸੇਵਾ ਕਰੇਗਾ ਉਹਨਾਂ ਦੀ। ਦੋਹਰਾ ਇੱਕ ਰਬਾਬ ਕੀਆ ਵਸਤ ਹੈ, ਸਤ ਰਬਾਬ ਲੈ ਦੇਓ। ਬੇਬੇ ਕਹਿੰਦੀ ਭਰਾ ਨੇ ਮੰਗੀ ਰਬਾਬ, ਮੈਂ 7 ਰਬਾਬਾਂ ਲੈ ਕੇ ਦੇਵਾਂ ਜਿੰਨੀਆਂ ਮਰਜ਼ੀ ਲੈ ਲੈਣ ਮੇਰੇ ਭਰਾ। ਬਦ ਹੋ ਜਾਏ ਸੋਦਰ ਜਸੋ, ਸਦਨ ਹੈ ਬਦਨ ਦਿਖੇਓ। ਸੋ ਇਸ ਕਰਕੇ ਕਹਿੰਦੇ ਨੇ ਜਿੰਨੀਆਂ ਮਰਜ਼ੀ ਲੈਣ। ਤੋ ਇਹ ਜਿਹੜਾ ਐਸਾ ਸੋਹਣਾ ਸੁੰਦਰ ਇੱਕ ਪੰਜਾਬ ਦਾ ਮੁਹਾਵਰਾ ਹੁੰਦਾ, ਇੱਕ ਕੀ ਮੈਂ 7 ਲੈ ਦਿਆਂ, ਮੁਹਾਵਰਾ ਐਸਾ ਬੋਲਿਆ, ਅਰਥ ਤੋਂ ਭਾਵ ਸਪਤ। ਸੋ ਸੰਸਕ੍ਰਿਤ ਤੋਂ ਭਾਵ ਸ਼ਤ ਦਾ ਅਰਥ 100 ਵੀ ਹੈ। 100 ਰਬਾਬ ਲੈ ਦਿਆਂ ਇੱਕ ਦੀ ਕਿਹੜੀ ਗੱਲ ਹੈ। ਆਖੋ ਜਾ ਕੇ ਵੀਰ ਜੀ ਨੂੰ ਕਿ ਛੇਤੀ ਹੀ ਆਪਣਾ ਮੁਖੜਾ ਦਿਖਾਓ, ਘਰ ਆ ਕੇ ਦਰਸ਼ਨ ਤਾਂ ਇੱਕ ਵਾਰ ਦੇ ਦਿਓ। ਚੌਪਾਈ ਸੁਣ ਕਰ ਗਵਨਿਓ ਪੁਨ ਮਰਦਾਨਾ, ਸੁਣ ਕੇ ਭਾਈ ਮਰਦਾਨਾ ਜੀ ਚਲੇ ਗਏ। ਤੁਮ ਤਹਕਾਰ ਹੈ ਕਿਰਪਾ ਨਿਧਾਨਾ, ਮਹਾਰਾਜ ਜੀ ਬੇਬੇ ਨਾਨਕੀ ਜੀ ਨੇ ਤੁਹਾਨੂੰ ਯਾਦ ਕੀਤਾ ਹੈ। ਦਰਸ਼ਨ ਕੀ ਔਰ ਬਹੁ ਅਭਿਲਾਖਾ, ਦਰਸ਼ਨਾਂ ਦੀ ਬੜੀ ਇੱਛਾ ਹੈ ਉਹਨਾਂ ਦੇ ਮਨ 'ਚ। ਸਤ ਰਬਾਬ ਲੈ ਦਿਓ ਭਾਖਾ, ਕਹਿੰਦੀ ਮੈਂ 100 ਰਬਾਬ ਲੈ ਦਿਆਂ ਆਪਣੇ ਵੀਰ ਨੂੰ, ਇਹ ਮੇਰਾ ਵੀਰ ਇੱਕ ਵਾਰ ਦਰਸ਼ਨ ਦੇ ਦੇ ਆ ਕੇ। ਸੁਣ ਕਰ ਬੋਲੇ ਦੀਨ ਦਿਆਲਾ, ਦੀਨ ਦਿਆਲ ਜੀ ਉਸ ਵਕਤ ਸੁਣ ਕੇ ਬੋਲੇ, ਮੋਹ ਤੇ ਭਗਨੀ ਬੈਸ ਵਿਸਾਲਾ, ਮੇਰੀ ਭੈਣ ਮੈਥੋਂ ਵੱਡੀ ਹੈ 5 ਸਾਲ, ਦੇਹ ਰਜਾਏ ਹਾਂ ਮੇਟ ਬਨਾਹੀ, ਮੈਂ ਆਪਣੀ ਭੈਣ ਜੀ ਦੀ ਆਗਿਆ ਨਹੀਂ ਕਦੇ ਮੋੜ ਸਕਦਾ, ਜ਼ਰੂਰ ਜਾਵਾਂਗਾ। ਕਿਉਂ ਪਨ ਚਲੇ ਭਗਨ ਘਰ ਜਾਹੀ, ਕਿਉਂ ਭੈਣ ਦੇ ਘਰੇ ਬੇਬੇ ਨਾਨਕੀ ਦੇ ਘਰੇ ਚੱਲ ਪਏ ਉੱਠ ਕੇ। ਗੁਰੂ ਨਾਨਕ ਦੇਵ ਜੀ ਨੇ ਬਚਨ ਦਿੱਤਾ ਹੋਇਆ, ਮੰਦ ਮੰਦ ਜਨ ਕੀ ਗਤ ਰੂਰੀ, ਹੌਲੀ ਹੌਲੀ ਜਾ ਰਹੇ ਨੇ ਜਿਨ੍ਹਾਂ ਦੀ ਚਾਲ ਬੜੀ ਸੁੰਦਰ ਹੈ। ਤਰਹ ਜੇ ਧਿਆਨ ਕਾਮਨਾ ਪੂਰੀ, ਜਿਹੜੇ ਐਸੇ ਗੁਰੂ ਨਾਨਕ ਦੇਵ ਦਾ ਧਿਆਨ ਧਰਦੇ ਨੇ ਉਹਨਾਂ ਦੀ ਇੱਛਾ ਕਿਉਂ ਨਾ ਪੂਰੀ ਹੋਵੇਗੀ। ਗਵਨਤ ਮਰਦਾਨਾ ਪਸਚਾਤੀ, ਭਾਈ ਮਰਦਾਨਾ ਵੀ ਪਿੱਛੇ ਪਿੱਛੇ ਜਾ ਰਿਹਾ ਹੈ। ਸੁਨੋ ਕਥਾ ਸਭ ਹੈ ਸੁਖ ਦਾਤੀ, ਸਾਰੇ ਸੁੱਖਾਂ ਦੇ ਦੇਣ ਵਾਲੀ ਕਥਾ ਸ਼ਰਵਣ ਕਰੋ ਬਈ। ਇਸੇ ਪ੍ਰਕਾਰ 34 ਪ੍ਰਸੰਗ ਹੋਏ। 35ਵਾਂ ਕੱਲ ਨੂੰ ਬਖਸ਼ਿਸ਼ ਕਰਨਗੇ ਕਿਵੇਂ ਰਬਾਬ ਲਿਆਉਂਦੇ ਨੇ। ਅਗੰਮੀ ਰਬਾਬ ਹੈ, ਅਗੰਮੀ ਹੀ ਦੇਣ ਵਾਲਾ ਹੈ। ਐਸੀ ਸੁੰਦਰ ਰਬਾਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਦੱਸੀ ਹੈ। ਕੀਰਤਨ ਦਾ ਜਨਮ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਨੇ ਕੀਰਤਨ ਦੀ ਦਾਤ ਦਿੱਤੀ। ਪਹਿਲਾਂ ਕਥਾ ਕੀਤੀ ਮਹਾਰਾਜ ਨੇ ਪਿੰਡ ਦੇ ਵਿੱਚ ਮੁੱਲਾਂ ਨੂੰ, ਪਾਂਧੇ ਨੂੰ, ਸੋ ਬ੍ਰਿਜ ਲਾਲ ਨੂੰ, ਹਰਦਾਸ ਨੂੰ, ਹਰਦਿਆਲ ਪ੍ਰੋਹਤ ਨੂੰ, ਕਿੰਨਿਆਂ ਨੂੰ ਹੀ ਪਹਿਲਾਂ ਕਥਾ ਸੁਣਾਈ, ਫਿਰ ਕੀਰਤਨ ਸੁਣਾਇਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ। ਕੱਲ ਨੂੰ ਸ਼ਰਵਣ ਕਰਾਂਗੇ ਅੱਗੇ। ਵਾਹਿਗੁਰੂ 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 ਵਾਹਿਗੁਰੂ